ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਅਗਸਤ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ ਹੈ, ਪਰ ਜਿਹੜੀ ਮੇਰੇ ਕੋਲ ਪਹਿਲੀ ਖਬਰ ਹੈ ਉਹਦੇ ਤੇ ਅਸੀਂ ਕੀ ਚਾਨਣ ਪਾਉਣਾ, ਖਬਰ ਹੀ ਚਾਨਣ ਹੈ। ਉਸ ਖਬਰ ਦੀ ਵਜ੍ਹਾ ਤੋਂ ਇਸ ਵੇਲੇ ਪੂਰੀ ਦੁਨੀਆ ਦੇ ਨਕਸ਼ੇ ਦੇ ਉੱਤੇ ਪਾਕਿਸਤਾਨ ਦੇ ਉੱਤੇ ਚਾਨਣ ਪਿਆ ਹੋਇਆ ਤੇ ਪਾਕਿਸਤਾਨ ਦਾ ਨਾਂ ਤੇ ਪਾਕਿਸਤਾਨ ਦਾ ਝੰਡਾ ਚਮਕ ਰਿਹਾ, ਦਮਕ ਰਿਹਾ ਤੇ ਪੂਰੀ ਦੁਨੀਆ ਦੇ ਵਿੱਚ ਕਾਬਲੇ ਫਖਰ ਅਸੀਂ ਇੱਕ ਕਾਰਨਾਮਾ ਅੰਜਾਮ ਦਿੱਤਾ ਹੈ। ਮੈਂ ਗੱਲ ਕਰਨ ਡਿਆ ਆਪਣੇ ਸੋਨੇ ਵਰਗੇ ਵੀਰ ਤੇ ਪਾਕਿਸਤਾਨ ਦੇ ਸੋਨੇ ਵਰਗੇ ਪੁੱਤਰ ਅਰਸ਼ਦ ਨਦੀਮ ਦੀ। ਹਾਂਜੀ, ਅਰਸ਼ਦ ਨਦੀਮ ਨੇ ਓਲੰਪਿਕਸ ਦੇ ਵਿੱਚ ਪਾਕਿਸਤਾਨ ਵਾਸਤੇ ਸੋਨੇ ਦਾ ਤਮਗਾ ਜਿੱਤਿਆ, ਜਿਹਨੂੰ ਅੰਗਰੇਜ਼ੀ 'ਚ ਗੋਲਡ ਮੈਡਲ ਆਉਂਦੇ ਨੇ। ਹੁਣ ਇਹ ਤੁਹਾਨੂੰ ਲੱਗਦਾ ਹੋਏਗਾ ਕਿ ਇਹ ਕੋਈ ਆਮ ਜਿਹੀ ਗੱਲ ਹੈ ਵੀ ਤਮਗੇ ਜਿੱਤਦੇ ਹੀ ਨੇ ਪਲੇਅਰ ਤੇ ਇੱਕ ਹੋਰ ਤਮਗਾ ਜਿੱਤ ਲਿਆ। ਇੰਜ ਨਹੀਂ ਹੈ। ਪਹਿਲਾਂ ਤਾਂ ਮੈਨੂੰ ਤੁਹਾਨੂੰ ਇਹ ਦੱਸਣ ਦਿਓ ਵੀ ਇਹ ਪਾਕਿਸਤਾਨ ਜਦੋਂ ਦਾ ਬਣਿਆ ਪਹਿਲਾ ਤਮਗਾ ਜਿੱਤਿਆ। ਹਾਂਜੀ, ਹੁਣ ਤੁਸੀਂ ਆਖੋਗੇ ਵੀ ਇਹ ਕਿਵੇਂ, ਸਾਨੂੰ ਤਾਂ ਦੱਸਣ ਡਏ ਨੇ ਵੀ 40 ਸਾਲਾਂ ਬਾਅਦ ਤਮਗਾ ਜਿੱਤਿਆ। ਉਹ ਤੁਹਾਨੂੰ ਜਿਹੜਾ ਵੀ ਦੱਸਣ ਡਿਆ ਇਨਕੰਪਲੀਟ ਤੇ ਇਨਕਰੈਕਟ ਇਨਫੋਰਮੇਸ਼ਨ ਦੇਣ ਡਿਆ। 40 ਸਾਲ ਪਹਿਲਾਂ ਜਿਹੜਾ ਅਸੀਂ ਤਮਗਾ ਜਿੱਤਿਆ ਸੀ, ਕੋਈ 1984 ਦੇ ਵਿੱਚ ਗਾਲਬਨ ਤਮਗਾ ਜਿੱਤਿਆ ਸੀ ਆਖਰੀ ਸੋਨੇ ਦਾ, ਉਹ ਕਿਸੇ ਇੰਡੀਵਿਜੂਅਲ ਨੇ, ਕਿਸੇ ਇਕੱਲੇ ਜਵਾਨ ਨੇ ਨਹੀਂ ਸੀ ਜਿੱਤਿਆ, ਬਲਕਿ ਤੁਹਾਡੀ ਪੂਰੀ ਹਾਕੀ ਦੀ ਟੀਮ ਨੇ ਜਿੱਤਿਆ ਸੀ। ਪਾਕਿਸਤਾਨ ਨੇ ਹੁਣ ਤੱਕ ਜਿੰਨੇ ਵੀ ਸੋਨੇ ਦੇ ਤਮਗੇ ਸ਼ਾਇਦ 3 ਜਿੱਤੇ ਨੇ ਇਸ ਤੋਂ ਪਹਿਲਾਂ ਜਾਂ 2 ਜਿੱਤੇ ਨੇ, ਉਹ ਸਾਰੇ ਦੇ ਸਾਰੇ ਹਾਕੀ 'ਚ ਜਿੱਤੇ ਨੇ ਤੇ ਪੂਰੀ ਟੀਮ ਨੇ ਜ਼ਾਹਿਰ ਹੈ ਖੇਡ ਕੇ, ਬੜੀ ਸੋਹਣੀ ਖੇਡ ਕੇ ਓਲੰਪਿਕਸ ਦੇ ਵਿੱਚ ਉਹ ਗੋਲਡ ਮੈਡਲ ਜਿੱਤੇ ਸਨ। ਤੇ ਆਖਰੀ ਗੋਲਡ ਮੈਡਲ ਅਸੀਂ ਜਿਹੜਾ ਹੈ ਉਹ 1984 'ਚ, ਮਤਲਬ ਅੱਜ ਤੋਂ 40 ਵਰੇ ਪਹਿਲਾਂ ਹਾਕੀ 'ਚ ਅਸੀਂ ਜਿੱਤਿਆ ਸੀ। ਜਿਹੜੇ ਇੰਡੀਵਿਜੂਅਲ ਨੇ ਕਿ ਕਿਸੇ ਇਕੱਲੇ ਪਹਿਲਵਾਨ ਨੇ ਜਾਂ ਇਕੱਲੇ ਪਲੇਅਰ ਨੇ ਜਾਂ ਇਕੱਲੇ ਐਥਲੀਟ ਨੇ ਜਿਹੜਾ ਆਖਰੀ ਵਾਰੀ ਗੋਲਡ ਮੈਡਲ ਜਿੱਤਿਆ ਸੀ, ਉਹ ਕਦੇ ਵੀ ਨਹੀਂ ਸੀ ਜਿੱਤਿਆ। ਉਹ ਪਹਿਲੀ ਵਾਰੀ ਜਿੱਤਿਆ ਪਾਕਿਸਤਾਨ ਨੇ। ਜਦੋਂ ਦਾ ਪਾਕਿਸਤਾਨ ਬਣਿਆ 1947 ਤੋਂ ਲੈ ਕੇ ਹੁਣ ਤੱਕ ਕਿਸੇ ਇੰਡੀਵਿਜੂਅਲ ਪਲੇਅਰ ਨੇ, ਕਿਸੇ ਨੇ ਆਪਣੇ ਇਕੱਲੇ ਆਪਣੇ ਮੋਢਿਆਂ ਤੇ ਆਪਣੇ ਲੱਤਾਂ ਦੇ ਉੱਤੇ ਲੜ ਕੇ ਤੇ ਖੇਡ ਕੇ ਇਹ ਪਹਿਲਾ ਜਿਹੜਾ ਉਹ ਗੋਲਡ ਮੈਡਲ ਜਿੱਤਿਆ ਜਿਹੜਾ ਅਰਸ਼ਦ ਨਦੀਮ ਨੇ ਜਿੱਤਿਆ। ਇਸ ਤੋਂ ਪਹਿਲਾਂ 2 ਵਾਰੀ ਇੰਡੀਵਿਜੂਅਲ ਮੁਕਾਬਲਿਆਂ ਦੇ ਵਿੱਚ ਅਸੀਂ ਕਾਂਸੀ ਦੇ, ਮਤਲਬ ਚਾਂਦੀ ਸ਼ਾਂਦੀ ਦੇ ਤਮਗੇ ਜਿੱਤੇ ਨੇ। ਇੱਕ ਤੇ ਅਸੀਂ 1960 ਦੇ ਵਿੱਚ ਮੁਹੰਮਦ ਬਸ਼ੀਰ ਨੇ ਬਾਕਸਿੰਗ 'ਚ ਜਿੱਤਿਆ ਸੀ, ਰੈਸਲਿੰਗ ਤੇ ਬਾਕਸਿੰਗ ਦੇ ਮੁਕਾਬਲੇ 'ਚ, ਤੇ ਇਸੇ ਤਰੀਕੇ ਨਾਲ ਹੁਸੈਨ ਸ਼ਾਹ ਨੇ 1988 ਦੇ ਵਿੱਚ ਵੀ ਕਾਂਸੀ ਦਾ ਤਮਗਾ ਜਿਹੜਾ ਇਹ ਜਿੱਤਿਆ ਸੀ। ਇਹ ਜਿਹੜੇ ਇੰਡੀਵਿਜੂਅਲ ਸਾਡੇ ਕੋਲ 2 ਜਾਂ 3 ਕਾਂਸੀ ਦੇ ਤਮਗੇ ਨੇ, ਇਹ ਮੈਂ ਤੁਹਾਨੂੰ ਦੱਸੇ ਨੇ, ਇਹ ਜਿੱਤੇ ਨੇ। ਲੇਕਿਨ ਅੱਜ ਤੀਕ, ਅੱਜ ਦੇ ਦਿਨ ਤੱਕ 2024 ਤੱਕ 1947 ਤੋਂ ਲੈ ਕੇ ਹੁਣ ਤੱਕ ਸਾਡੇ ਕਿਸੇ ਇੰਡੀਵਿਜੂਅਲ ਪਲੇਅਰ ਨੇ, ਮੇਨ ਇਕੱਲੇ ਨੇ ਜਿਹੜਾ ਉਹ ਗੋਲਡ ਤਮਗਾ ਜਿਹੜਾ ਹੈ, ਗੋਲਡ ਮੈਡਲ ਜਿਹੜਾ ਹੈ, ਸੋਨੇ ਦਾ ਤਮਗਾ ਜਿਹੜਾ ਉਹ ਨਹੀਂ ਜਿੱਤਿਆ। ਖੈਰ, ਹੁਣ ਤੇ ਵੈਸੇ ਵੀ ਪਾਕਿਸਤਾਨ ਨੂੰ ਕਦੇ ਕੋਈ ਚੰਗੀ ਖਬਰ ਆਇਆ ਪਤਾ ਨਹੀਂ 10 ਵਰੇ ਹੋ ਗਏ ਨੇ ਕਿ 15 ਵਰੇ ਹੋ ਗਏ ਨੇ ਕਿ ਪਤਾ ਨਹੀਂ 20 ਵਰੇ ਹੋ ਗਏ ਨੇ। ਆਖਰੀ ਖਬਰ ਕਦੋਂ ਆਈ ਹੈ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਏਗਾ। 1992 ਦਾ ਉਹ ਸੋਹਣਾ ਸਾਲ ਸੀ ਜਦੋਂ ਪਾਕਿਸਤਾਨ ਨੇ ਹਾਕੀ 'ਚ ਵੀ ਵਰਲਡ ਕੱਪ ਜਿੱਤਿਆ ਸੀ, ਜਦੋਂ ਪਾਕਿਸਤਾਨ ਨੇ ਕ੍ਰਿਕਟ 'ਚ ਵੀ ਵਰਲਡ ਕੱਪ ਜਿੱਤਿਆ ਸੀ, ਸਨੋਕਰ ਦਾ ਵੀ ਵਰਲਡ ਕੱਪ ਜਿੱਤਿਆ ਸੀ ਤੇ ਸਕੁਐਸ਼ ਦੇ ਵਿੱਚ ਵੀ ਵਰਲਡ ਚੈਂਪੀਅਨ ਪਾਕਿਸਤਾਨ ਬਣਿਆ ਸੀ। ਮੈਂ ਕੋਈ ਗੱਲ ਭੁੱਲ ਨਾ ਜਾਵਾਂ, ਮੇਰਾ ਖਿਆਲ ਇੱਕ ਅੱਧੀ ਕੋਈ ਹੋਰ ਗੇਮ ਵੀ ਸੀ ਜਿਹਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਵਿੱਚ ਗੋਲਡ ਮੈਡਲ ਜਾਂ ਵਰਲਡ ਕੱਪ ਜਿੱਤਿਆ ਸੀ। ਲੇਕਿਨ ਜ਼ਾਹਿਰ ਹੈ ਓਲੰਪਿਕਸ ਦਾ ਗੋਲਡ ਮੈਡਲ ਉਸ ਸਾਲ ਅਸਾਂ ਨਹੀਂ ਸੀ ਜਿੱਤਿਆ। ਓਲੰਪਿਕ ਦੇ ਵਿੱਚ ਸ਼ਾਇਦ 1992 ਦੇ ਵਿੱਚ ਸਾਨੂੰ ਕਾਂਸੀ ਦਾ ਤਮਗਾ ਮਿਲਿਆ ਸੀ, ਉਹ ਵੀ ਹਾਕੀ ਦੇ ਵਿੱਚ। ਬਹਰਹਾਲ ਅਰਸ਼ਦ ਨਦੀਮ ਇੱਕ ਮਾੜੇ ਘਰ ਦਾ ਪੁੱਤਰ ਹੈ। ਮਾਂ ਵੀ ਵੇਖ ਲਈ ਹੋਏਗੀ, ਘਰ ਵੀ ਵੇਖ ਲਿਆ ਹੋਏਗਾ, ਤੇ 2018 ਦਾ ਉਹਦਾ ਖਲੋਤਾ ਹੋਂਡਾ CD ਮੋਟਰਸਾਈਕਲ ਵੀ ਘਰ ਦੇ ਵਿੱਚ ਵੇਖਿਆ ਹੋਏਗਾ ਅੱਬਾ ਜੀ ਦਾ, ਜਿਹਦੇ ਉੱਤੇ ਤੌਲੀਆ ਚੜ੍ਹਿਆ ਉਹਦੀ ਗੱਦੀ ਤੇ। ਪਿੰਡਾਂ ਵਾਲਿਆਂ ਨੂੰ ਪਤਾ ਵੀ ਤੌਲੀਆ ਕਿਉਂ ਚਾੜਿਆ ਜਾਂਦਾ ਗੱਦੀ ਦੇ ਉੱਤੇ, ਇਹ ਸਾਰਾ ਹੀ ਪਤਾ। ਤੇ ਅਰਸ਼ਦ ਦੇ ਘਰ ਜਿਸ ਵੇਲੇ ਅਰਸ਼ਦ ਦੀ ਮਾਂ ਆਪਣੀਆਂ ਮਹੱਲੇ ਦੀਆਂ ਭੈਣਾਂ ਤੇ ਸਹੇਲੀਆਂ ਨਾਲ ਬਹਿ ਕੇ ਦੁਆ ਮੰਗਣ ਲਈ ਸੀ ਕਿ ਅਰਸ਼ਦ ਜਿਹੜਾ ਇਹ ਜਿਹੜੀ ਥਰੋ ਸਿੱਟੇ ਬੜੀ ਦੂਰ ਤੱਕ ਕੱਪੜੇ, ਉਸ ਵੇਲੇ ਤੁਸੀਂ ਅਰਸ਼ਦ ਦੇ ਘਰ ਲੱਗਾ ਟੈਲੀਵਿਜ਼ਨ ਵੀ ਵੇਖੋ ਤੇ ਟੈਲੀਵਿਜ਼ਨ ਦੇ ਨਾਲ ਕੋਈ ਪਰਛੱਤੀ ਵੀ ਨਹੀਂ ਹੈਗੀ। ਪਰਛੱਤੀ ਕਿਹਨੂੰ ਆਉਂਦੇ ਸਨ? ਪਰਛੱਤੀ ਆਉਂਦੇ ਸਨ ਜਿਹਨੂੰ ਅੱਜ ਕੱਲ੍ਹ ਤੁਸੀਂ ਜ਼ਰਾ ਸੋਹਣਾ ਵਰਾ ਬਣਾ ਕੇ ਤੇ TV ਟਰਾਲੀ ਬਣਾ ਲਿਆ। ਉਹ ਪਰਛੱਤੀ ਇੱਕ ਲੱਕੜ ਦੀ ਕੋਈ ਬੰਨੀ ਜੀ ਹੁੰਦੀ ਸੀ ਜਿਹਦੇ ਉੱਤੇ ਛਾਵਾਂ ਛੂਆਂ ਰੱਖੀ ਦੀਆਂ ਹੁੰਦੀਆਂ ਸਨ ਤੇ ਉਹਨੂੰ ਪਰਛੱਤੀ ਆਉਂਦੇ ਸਨ। ਉੱਥੇ ਸਾਦਗੀ ਆਖ ਲਓ, ਗੁਰਬਤ ਆਖ ਲਓ, ਹਾਲਾਤ ਦੀ ਤੰਗੀ ਆਖ ਲਓ,
ਇੰਨੀ ਹੈ ਵੀ ਉੱਥੇ ਹਰ ਸ਼ੈ ਜਿਹੜੀ ਹੈ ਉਹ ਕਿਸੇ ਕਿੱਲ ਕੁੱਲ ਨਾਲ ਹੀ ਲਟਕਾਈ ਹੈ। ਮਤਲਬ ਕਿ ਜਿਹੜਾ ਉਹ ਰਾਊਟਰ ਸ਼ਾਊਟਰ ਲੱਗਾ ਹੈ ਜਾਂ ਜਿੱਥੋਂ ਇੰਟਰਨੈਟ ਲੈ ਕੇ ਅਰਸ਼ਦ ਦੇ ਘਰ ਦੇ ਵਿੱਚ ਉਹ ਟੀਵੀ ਚੱਲਣ ਡਿਆ, ਉਹ ਵੀ ਜਿਹੜਾ ਕੰਨ 'ਤੇ ਕਿੱਲ ਲਾ ਕੇ ਤੇ ਉੱਤੇ ਲਟਕਣ ਡਿਆ। ਬਹਰਹਾਲ ਉਸ ਪੂਰੇ ਘਰ ਨੂੰ ਵੇਖੋ, ਅਰਸ਼ਦ ਦੀ ਮਾਂ ਨੂੰ ਵੇਖੋ, ਤੇ ਅਰਸ਼ਦ ਦੀ ਮਾਂ ਦੇ ਮੂੰਹ ਦੇ ਵਿੱਚ ਬੜੇ ਸਾਰੇ ਦੰਦ ਬਾਕੀ ਨਹੀਂ। ਜਦੋਂ ਗੱਲ ਕਰਦੇ ਹਾਂ ਵੇਖੋ ਤੇ ਤੁਹਾਨੂੰ ਪਤਾ ਲੱਗ ਜਾਏਗਾ। ਤੇ ਹੁਣ ਤੁਹਾਡੇ 'ਚੋਂ ਕਈ ਸੋਚਦੇ ਹੋਣਗੇ ਕਿ ਅਰਸ਼ਦ ਦੀ ਮਾਂ 17 ਕੁ ਸਾਲਾਂ ਦੀ ਹੋਏਗੀ। ਨਾ, ਅਰਸ਼ਦ ਦੀ ਮਾਂ ਦੀ ਉਮਰ 50 ਤੇ 60 ਦੇ ਦਰਮਿਆਨ 'ਚ ਹੋਏਗੀ ਵੱਧ ਤੋਂ ਵੱਧ ਕਿਤੇ। ਪਰ ਗੁਰਬਤ ਜਿਹੜੀ ਹੈ ਨਾ, ਉਹ ਬੰਦੇ ਦੇ ਪਾਸੇ ਭੰਨ ਦਿੰਦੀ ਹੈ। ਤੇ ਬੰਦੇ ਨੂੰ ਜਿਸ ਵੇਲੇ ਗੁਰਬਤ ਵੱਜਦੀ ਹੈ ਤੇ 20-30 ਵਰੇ ਤੇ ਉਮਰ ਜਿਹੜੀ ਹੈ ਉਂਝ ਹੀ ਉੱਤੋਂ ਦੀ ਲੰਘ ਜਾਂਦੀ ਹੈ। ਅਰਸ਼ਦ ਦੀ ਮਾਂ ਵੇਖਣ ਨੂੰ ਤੇ ਤੁਹਾਨੂੰ ਲੱਗਦੀ ਹੋਏਗੀ ਕਿ ਅੰਮਾ ਜੀ ਕੋਈ 60-17 ਸਾਲਾਂ ਦੀਆਂ ਅੰਮਾ ਜੀ ਹੋਣਗੇ, ਪਰ ਅੰਮਾ ਜੀ ਜਿਹੜੇ ਨੇ ਉਹ ਅਜੇ ਉਸ ਤੋਂ ਕਿਤੇ ਨਿੱਕੇ ਹੋਣੇ ਨੇ। ਪਰ ਗੁਰਬਤ ਨੇ ਜਿਹੜਾ ਉਹ ਜਿਹਨੂੰ ਆਂਦੇ ਨੇ ਵੀ ਗਰਮਾਲਾ ਫੇਰ ਛੜਿਆ, ਉਹ ਹਰ ਗਰੀਬ ਆਦਮੀ ਤੇ ਇੰਝ ਹੀ ਹੁੰਦਾ। ਬਹਰਹਾਲ ਸਲਾਮ ਹੈ ਇਸ ਮਾਂ ਨੂੰ ਕਿ ਸੋਚੋ ਕਿ ਅਰਸ਼ਦ ਨੂੰ ਅੱਜ ਤੇ ਕੋਈ ਆਂਦਾ ਹੋਏਗਾ ਵੀ ਮੈਂ ਕੋਚਿੰਗ ਕੀਤੀ, ਤੇ ਕੋਈ ਆਂਦਾ ਹੋਏਗਾ ਉਹਨੇ ਕੋਚਿੰਗ ਕੀਤੀ। ਪਰ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ, ਜਿਹੜੇ ਵੀ ਬੱਚਿਆਂ ਵਾਲੇ ਨੇ ਉਹਨਾਂ ਨੂੰ ਪਤਾ ਹੀ ਹੋਏਗਾ ਕਿ ਬੱਚਿਆਂ ਦਾ ਜਿਹੜਾ ਵੀ ਜੁੱਸਾ ਹੈ, ਜਿਸਮ ਹੈ, ਉਹ ਬਚਪਨ 'ਚ ਹੀ ਬਣਦਾ ਹੈ। ਜਿਹੜਾ ਕੱਦ ਨਿਕਲਦਾ ਉਹ ਵੀ ਉਦੋਂ ਹੀ ਬਣਦਾ ਹੈ, ਤੇ ਜਿਹੜੇ ਮਸਲ ਉਹ ਵੀ ਉਦੋਂ ਹੀ ਬਣਦੇ ਨੇ। ਹੁਣ ਅਰਸ਼ਦ ਦਾ ਘਰ ਵੇਖੋ, ਅਰਸ਼ਦ ਦੀ ਮਾਂ ਵੇਖੋ, ਅਰਸ਼ਦ ਦਾ ਪਿਓ ਵੇਖੋ, ਤੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਇਹ ਗੱਲ ਸਮਝ ਆ ਜਾਏਗੀ ਕਿ ਅਰਸ਼ਦ ਦੇ ਡੋਲਿਆਂ 'ਚ ਜਿਹੜੀ ਜਾਨ ਹੈ ਤੇ ਜਿੱਡੀ ਦੂਰ ਉਹਨੇ ਥਰੋ ਸੁੱਟੀ ਹੈ। ਇਹ ਜਦੋਂ ਅਰਸ਼ਦ ਨਿੱਕਾ ਸੀ ਤੇ ਇਹ ਡੋਲਿਆਂ 'ਚ ਜਾਨ ਬਣਾਉਣ ਵਾਸਤੇ ਇਹ ਮਾਂ ਪਤਾ ਨਹੀਂ ਕਿੰਨੀ ਵਾਰੀ ਆਪ ਭੁੱਖੀ ਰਹੀ ਹੋਏਗੀ, ਤੇ ਆਪਣੀ ਬੁਰਕੀ ਤੋੜ ਕੇ ਅਰਸ਼ਦ ਦੇ ਮੂੰਹ 'ਚ ਪਾਈ ਹੋਏਗੀ, ਤੇ ਆਪਣੀ ਪਲੇਟ ਦੇ ਵਿੱਚੋਂ ਕੋਈ ਨਾ ਕੋਈ ਸ਼ਾਇਦ ਚੁੱਕ ਕੇ ਅਰਸ਼ਦ ਨੂੰ ਖਵਾਈ ਹੋਏਗੀ, ਜਿਹਦੇ ਨਾਲ ਅਰਸ਼ਦ ਅੱਜ ਮਾਸ਼ਾਅੱਲਾ ਸੋਹਣਾ ਗੱਭਰੂ ਜਵਾਨ ਬਣਿਆ ਤੇ ਬੜਾ ਫੱਬ ਕੇ ਉਹਨੇ ਇਹ ਜਿਹੜਾ ਵੀ ਨੇਜ਼ਾ ਸੁੱਟਿਆ। ਤੇ ਉਸ ਤੋਂ ਬਾਅਦ ਜਿਹੜਾ ਉਹਨੇ ਅਵਾਰਡ ਜਿੱਤਿਆ, ਨਾ ਸਿਰਫ ਉੱਥੇ ਉਹਨੇ ਗੋਲਡ ਮੈਡਲ ਜਿੱਤਿਆ ਬਲਕਿ ਓਲੰਪਿਕਸ ਦੇ ਵਿੱਚ ਰਿਕਾਰਡ ਵੀ ਬਣਾਇਆ। 90.97 ਮੀਟਰ ਉਹਨੇ ਥਰੋ ਕੀਤੀ ਹੈ। 91 ਤਕਰੀਬਨ ਮਾਜ਼ਰਤ 92.97 ਮਤਲਬ ਕਿ ਤਕਰੀਬਨ 93 ਮੀਟਰ ਦੀ ਉਹਨੇ ਜਿਹੜੀ ਇਹ ਥਰੋ ਸੁੱਟੀ ਹੈ। ਔਰ ਜਿਹੜਾ ਸੈਕਿੰਡ ਆਇਆ ਨੀਰਜ ਚੋਪੜਾ, ਉਹਨੇ ਮੇਰਾ ਖਿਆਲ 90 ਤੋਂ ਕਦੇ ਉੱਤੇ ਨਹੀਂ ਸੁੱਟੀ, 90 ਤੋਂ ਥੱਲੇ ਹੀ ਸੁੱਟੀ ਹੋਏਗੀ। ਪਹਿਲੀ ਥਰੋ ਜਿਸ ਵੇਲੇ ਅਰਸ਼ਦ ਨੇ ਸੁੱਟੀ ਤੇ ਪੈਰ ਥੜਕ ਗਏ, ਸਾਰਿਆਂ ਸੋਚਿਆ ਵੀ ਅਰਸ਼ਦ ਜਿਹੜਾ ਹੋ ਸਕਦਾ ਅੱਜ ਪਰਫਾਰਮ ਨਾ ਕਰ ਸਕੇ। ਲੇਕਿਨ ਦੂਜੀ ਥਰੋ ਤੇ ਅਰਸ਼ਦ ਨੇ ਥਰੋ ਇਹੋ ਜਿਹੀ ਸੁੱਟੀ ਕਿ ਤਮਾਮ ਪਿਛਲੇ ਅਗਲੇ ਰਿਕਾਰਡ ਜਿਹੜੇ ਉਹ ਭੰਨ ਛੜੇ। ਔਰ ਓਲੰਪਿਕਸ ਦੇ ਵਿੱਚ ਇਹੋ ਜਿਹਾ ਝੰਡਾ ਪਾਕਿਸਤਾਨ ਦਾ ਚੁੱਕਿਆ ਜਿਹੜਾ ਪਿਛਲੇ 76-77 ਸਾਲਾਂ 'ਚ ਕਿਸੇ ਕੋਲੋਂ ਨਾ ਚੁੱਕਿਆ ਗਿਆ। ਤੇ ਜਿਵੇਂ ਮੈਂ ਤੁਹਾਨੂੰ ਆਖਿਆ ਵੀ ਇਹ ਪਾਕਿਸਤਾਨ ਦਾ ਪਹਿਲਾ ਗੋਲਡ ਮੈਡਲ ਹੈ ਜਿਹੜਾ ਇੰਡੀਵਿਜੂਅਲ ਪਰਫਾਰਮੈਂਸ ਦੇ ਉੱਤੇ ਕਿਸੇ ਵੀ ਸ਼ੇਰ ਜਵਾਨ ਨੇ ਦਿੱਤਾ ਹੈ। ਅਰਸ਼ਦ ਨੂੰ, ਅਰਸ਼ਦ ਦੀ ਮਾਂ ਨੂੰ, ਉਹਨਾਂ ਦੇ ਵਾਲਿਦ ਨੂੰ, ਤੇ ਅਰਸ਼ਦ ਦੇ ਸਫ਼ਰ 'ਚ ਜਿੰਨੇ ਵੀ ਉਹਦੇ ਨਾਲ ਆਪਣਾ ਸੰਯੋਗ ਪਾਇਆ, ਉਹਨੂੰ ਸਾਡੇ ਵੱਲੋਂ ਬੜੀ ਬੜੀ ਮੁਬਾਰਕਬਾਦ ਵੀ, ਤੇ ਸਾਡੇ ਵੱਲੋਂ ਬੜਾ ਚਾਅ ਵੀ, ਲਾਡ ਵੀ, ਤੇ ਅਰਸ਼ਦ ਲਈ ਸਾਡੇ ਵੱਲੋਂ ਦੁਆਵਾਂ ਵੀ। ਹੁਣ ਉਹਨੇ ਦੂਜੇ ਪਾਸੇ, ਹੁਣ ਤੁਸੀਂ ਵੇਖੋਗੇ ਕਿ ਜਦੋਂ ਦਾ ਅਰਸ਼ਦ ਨੇ ਇਹ ਤਮਗਾ ਜਿੱਤਿਆ ਹੈ ਤੇ ਤੁਸੀਂ ਸ਼ਾਬਾਸ਼ਰੀ ਵੇਖੋਗੇ ਤੇ ਇੰਝ ਹੀ ਲੱਗੇਗਾ ਵੀ ਇਹ ਉਹਨੇ ਹੀ ਸੁੱਟਿਆ ਕੰਮ। ਇਹ ਜਿਹੜਾ ਨੇਜ਼ਾ ਅਰਸ਼ਦ ਨਹੀਂ ਸੁੱਟਿਆ, ਅਰਸ਼ਦ ਦੀ ਮਾਂ ਨਹੀਂ ਇਹਦੇ ਤੇ ਮਿਹਨਤ ਕੀਤੀ, ਪਿਓ ਨਹੀਂ ਕੀਤੀ, ਘਰ ਵਾਲਿਆਂ ਨਹੀਂ ਕੀਤੀ, ਅਰਸ਼ਦ ਆਪ ਨਹੀਂ ਕੀਤੀ, ਇਹ ਤੇ ਉਹਨਾਂ ਹੀ ਸੁੱਟਿਆ। ਗਾਂ ਜੇ ਤੁਸੀਂ ਤੁਰੋਗੇ ਤਾਂ ਤੁਸੀਂ ਵੇਖੋ ਵੀ ਸਦਰੇ ਪਾਕਿਸਤਾਨ ਵੀ ਸਵੇਰੇ ਇਹੋ ਜਿਹੀ ਸਟੇਟਮੈਂਟ ਹੀ ਜਾਰੀ ਕਰਨਗੇ। ਤੇ ਜੇ DG ISPR ਸਾਹਿਬ ਦੀ ਸਟੇਟਮੈਂਟ ਸੁਣੋ ਤਾਂ ਇੰਝ ਲੱਗਦਾ ਵੀ ਜਿਵੇਂ ਅਰਸ਼ਦ ਉੱਥੇ ਕਿਤੇ ਅੰਡਰ ਟ੍ਰੇਨਿੰਗ ਰਿਹਾ। ਉਹਨਾਂ ਵੀ 5 ਮਿੰਟ ਨਹੀਂ ਕੱਢੇ ਜਨਾਬ, ਟਕਾ ਕੇ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਹੈ। ਆਰਮੀ ਚੀਫ ਸਾਹਿਬ, ਚੇਅਰਮੈਨ ਜੁਆਇੰਟ ਨੂੰ ਸੁਣੋ ਤੇ ਉਹਨਾਂ ਵੀ। ਲੇਕਿਨ ਜਦੋਂ ਅਰਸ਼ਦ ਖੇਡਣ ਡਿਆ ਸੀ, ਔਰ ਪਹਿਲਾਂ ਵੀ ਉਹ ਚਲੋ ਗੋਲਡ ਨਹੀਂ ਤੇ ਕਾਂਸੀ ਦਾ, ਸਿਲਵਰ ਦਾ ਤਮਗਾ ਜਿੱਤ ਕੇ ਆਇਆ ਸੀ, ਉਸ ਵੇਲੇ ਕਿਸੇ ਅਰਸ਼ਦ ਦੇ ਨਾਲ ਮੋਢਾ ਨਹੀਂ ਲਾਇਆ, ਨਾ ਕਿਸੇ ਹੁਕਮਰਾਨ, ਨਾ ਕਿਸੇ ਸੈਲੈਬ੍ਰਿਟੀ, ਨਾ ਕਿਸੇ ARY ਦੇ ਮਾਲਕ, ਤੇ ਨਾ Jio TV ਦੇ, ਤੇ ਨਾ ਦੁਨੀਆ TV ਦੇ, ਤੇ ਉਹ ਉਸੇ ਹੀ ਗੁਰਬਤ 'ਚ ਹੈ। ਜੇ ਇਹਨਾਂ ਮੋਢਾ ਲਾਇਆ ਹੁੰਦਾ ਤੇ ਚਲੋ ਅਰਸ਼ਦ ਕਾਂਸੀ ਦਾ ਤਮਗਾ ਤੇ ਜਿੱਤ ਕੇ ਲਿਆਇਆ ਸੀ ਨਾ ਪਿਛਲੀ ਵਾਰੀ। ਅਗਰ ਮੋਢਾ ਲਾਇਆ ਹੁੰਦਾ ਤੇ ਅਰਸ਼ਦ ਦੇ ਘਰ ਅੱਜ ਕਿੱਲੀ ਦੇ ਉੱਤੇ ਉਹਦਾ ਰਾਊਟਰ ਨਾ ਲਟਕਣ ਡਿਆ ਹੁੰਦਾ, ਤੇ ਮੋਟਰਸਾਈਕਲ ਤੇ ਅਜੇ ਵੀ ਤੌਲੀਆ ਨਾ ਚੜਿਆ ਹੁੰਦਾ, ਤੇ ਅਰਸ਼ਦ ਦੇ ਘਰ ਦੀ ਉਹ ਹਾਲਤ ਨਾ ਹੁੰਦੀ। ਪਤਾ ਇਹ ਲੱਗਾ, ਇਹ ਹੁਣ ਇਹਦੀ ਖਬਰ ਜ਼ਾਹਿਰ ਅਰਸ਼ਦ ਹੀ ਇਹਦੀ ਤਸਦੀਕ ਕਰੇਗਾ ਵੀ ਉਹ ਜਿਹੜੀ ਮੈਂ ਤੇ ਕਿਉਂਕਿ ਸਪੋਰਟਸਮੈਨ ਨਹੀਂ, ਮੈਨੂੰ ਉਹਦੇ ਐਗਜ਼ੈਕਟ ਨਾਂ ਤੇ ਨਹੀਂ ਆਉਣਗੇ, ਤੇ ਪਿੰਡਾਂ ਵਾਲਿਆਂ ਨੂੰ ਉਹਦੀ ਸਮਝ ਵੀ ਨਹੀਂ ਆਉਣੀ। ਬਹਰਹਾਲ ਜਿਹੜਾ ਨੇਜ਼ਾ ਜਿਹਾ ਸੁੱਟਦਾ ਅਰਸ਼ਦ, ਉਹ ਬਾਲਾ ਜਿਹਾ ਜਾਂ ਉਹਨੂੰ ਜੋ ਵੀ ਤੁਸੀਂ ਆਖਣਾ ਉਸ ਸਟਿਕ ਨੂੰ ਜਿਹਨੂੰ ਸੁੱਟਦਾ ਅਰਸ਼ਦ, ਤੇ ਉਹ ਬੜਾ, ਉਹ ਐਵੇਂ ਨਹੀਂ ਕਿ ਜਾ ਕੇ ਉੱਥੇ ਤੂਤ ਦੀ ਜਿਹੜੀ ਹੈ ਉਹ ਕਿਸੇ ਦਰਖਤ ਦੇ ਉੱਤੋਂ ਘੜ ਕੇ ਤੇ ਆਪਣੇ ਹੱਥ 'ਚ ਫੜ ਕੇ ਤੂੰ ਸੁੱਟੋ। ਉਹਦਾ ਇੱਕ ਖਾਸ ਵਜ਼ਨ ਹੈ, ਉਹਦੇ ਬਣਾਉਣ ਦੀ ਖਾਸ ਤਰਤੀਬ ਹੈ, ਉਹਦੇ 'ਤੇ ਹੀ ਟ੍ਰੇਨਿੰਗ ਹੋਵੇ ਤੇ ਫੇਰ ਹੀ ਤੁਸੀਂ ਜਾ ਕੇ ਪਰਫਾਰਮੈਂਸ ਦੇ ਸਕਦੇ ਹੋ। ਤੇ ਉਹਨੂੰ ਖਰੀਦਣ ਵਾਸਤੇ ਜਦੋਂ ਅਰਸ਼ਦ ਨੇ ਥਾਂ ਤੇ ਦਰਖਾਸਤਾਂ ਕੀਤੀਆਂ ਤੇ ਪਤਾ ਲੱਗਾ ਵੀ ਉਹਨੂੰ ਕਈ ਚਿਰ ਤੇ ਅਰਸ਼ਦ ਨੂੰ ਉਹ ਖਰੀਦ ਕੇ ਹੀ ਨਾ ਦਿੱਤਾ ਗਿਆ।
ਕਿਸੇ ਨੇ ਉਹਦੀ ਇਮਦਾਦ ਹੀ ਨਾ ਕੀਤੀ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਅਰਸ਼ਦ ਸਾਡੀ ਹਕੂਮਤ ਦੇ ਵਿੱਚ ਆਇਆ ਸੀ, ਲੇਕਿਨ ਉਦੋਂ ਵੀ ਉਨੀ ਇਮਦਾਦ ਨਹੀਂ ਕੀਤੀ ਗਈ ਜਿੰਨੀ ਕਰਨੀ ਚਾਹੀਦੀ ਸੀ। ਕੁਝ ਨਾ ਕੁਝ ਮੈਨੂੰ ਚੇਤੇ ਹੈ, ਸਾਡੇ ਸਪੋਰਟਸ ਮਿਨਿਸਟਰ ਝੰਗ ਤੋਂ ਹੁੰਦੇ ਸਨ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਨੀ ਮਦਦ ਅਸੀਂ, ਮੈਂ ਇਸ ਤੋਂ ਤੁਹਾਡੇ ਨਾਲ ਖੁੱਲੀ ਤੇ ਚਿੱਟੀ ਗੱਲ ਕਰਨ ਡਿਆ ਕਿ ਤੁਸੀਂ ਆਖੋਗੇ ਲਓ ਗਿੱਲ ਸਾਹਿਬ ਹੁਣ ਅਰਸ਼ਦ ਨੇ 골ਡ ਮੈਡਲ ਜਿੱਤ ਲਿਆ ਤੇ PTI ਵਾਲੇ ਵੀ ਆ ਗਏ ਨੇ ਆਪਣੀ ਬਾਲਟੀ ਭਰਨ। ਇਸ ਲਈ ਸਿੱਧੀ ਨੰਗੀ ਤੇ ਚਿੱਟੀ ਗੱਲ ਕਰਾਂਗਾ ਵੀ ਸਾਡੇ ਸਪੋਰਟਸਮੈਨਾਂ ਨੂੰ ਸਹੂਲਤ ਦੇਣ ਦਾ ਕੋਈ ਰਿਵਾਜ ਹੀ ਨਹੀਂ। ਇੱਥੇ ਸਾਗ ਡਾਰ ਵਰਗੇ ਹੀ ਰੱਜਦੇ ਨੇ ਤੇ ਫਿੱਟਦੇ ਨੇ, ਲੇਕਿਨ ਸਪੋਰਟਸਮੈਨ ਜਿਹੜੇ ਨੇ ਉਹਨਾਂ ਨੂੰ ਇਹ ਮੁਲਕ ਦੇ ਕੇ ਕੋਈ ਸ਼ਾਇਦ ਰਾਜ਼ੀ ਨਹੀਂ। ਉਹ ਵੀ ਮਾੜੀ ਸਪੋਰਟਸ, ਮਾੜੇ ਬੰਦੇ ਦੀ ਸਪੋਰਟਸ, ਗਰੀਬ ਬੰਦੇ ਦਾ ਪੁੱਤਰ। ਤੇ ਅਰਸ਼ਦ ਜਿਹੜਾ ਉਹਨੇ ਉਹ ਜਿਹੜਾ ਨੇਜ਼ਾ ਸੁੱਟਿਆ, ਉਹ ਪ੍ਰੋਫੈਸ਼ਨਲ, ਉਹਨੂੰ ਜਿਹੜਾ ਨੇਜ਼ਾ ਚਾਹੀਦਾ ਸੀ ਉਹ ਉਹਦੇ ਕੋਲੋਂ ਨਾ ਖਰੀਦਿਆ ਗਿਆ ਬੜਾ ਚਿਰ। ਤੇ ਇਹ ਜੋ ਵੀ ਉਹ ਜਿੱਤਿਆ, ਇਹ ਹੁਣ ਮੈਂ ਤੁਹਾਨੂੰ ਆਖਿਆ ਵੀ ਇਹ ਤਾਂ ਇੰਝ ਹੀ ਲੱਗਦਾ ਹੈ ਕਿ DG ISPR ਸਾਹਿਬ ਨੇ ਆਪ ਸੁੱਟਿਆ, ਜਾਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਆਪ ਸੁੱਟਿਆ, ਜਾਂ ਆਰਮੀ ਚੀਫ ਸਾਹਿਬ ਨੇ ਆਪ ਸੁੱਟਿਆ, ਜਾਂ ਸਦਰੇ ਪਾਕਿਸਤਾਨ ਨੇ ਆਪ ਸੁੱਟਿਆ। ARY ਵਾਲਿਆਂ ਨੇ ਵੀ ਇੰਝ ਹੀ ਲੱਗਦਾ ਵੀ ਉਹਨਾਂ ਵੀ ਆਪ ਹੀ ਸੁੱਟਿਆ, ਤੇ ਜੀਓ ਵਾਲਿਆਂ ਨੇ ਵੀ, ਤੇ ਦੁਨੀਆ ਵਾਲਿਆਂ ਨੇ ਹੁਣ ਇੰਝ ਹੀ ਲੱਗਦਾ। ਹੁਣ ਉਹ ਆਉਂਦੇ ਨੇ ਨਾ ਕਿ ਜਦੋਂ ਕੋਈ ਸਕਸੈਸਫੁਲ ਹੋ ਜਾਏ ਤੇ ਸਾਰੇ ਹੀ ਉਹਦੇ ਮਾਮੇ ਚਾਚੇ ਬਣ ਜਾਂਦੇ ਨੇ, ਸਾਰੇ ਰਿਸ਼ਤੇਦਾਰ ਬਣ ਜਾਂਦੇ ਨੇ, ਤੇ ਗੁਰਬਤ ਦੇ ਵਿੱਚ ਅਰਸ਼ਦ ਦੇ ਨਾਲ ਕੋਈ ਨਹੀਂ ਖਲੋਤਾ। ਹੁਣ ਵੀ ਮੈਂ ਆਖਾਂਗਾ ਵੀ ਅਰਸ਼ਦ ਦੇ ਉੱਤੇ ਕਲਾਬੇ ਨਾ ਮਲਾਓ, ਅਰਸ਼ਦ ਨੂੰ ਮੁਬਾਰਕਾਂ ਨਾ ਸੁੱਕੀਆਂ ਦਿਓ। ਅਰਸ਼ਦ ਮਾੜਾ ਪੁੱਤਰ ਹੈ। ਅਰਸ਼ਦ ਨਾ ਕਿਸੇ ਬੜੇ ਵੱਡੇ ਸਿਆਸਤਦਾਨ ਤੇ ਕਿਸੇ ਬੜੇ ਵੱਡੇ ਫਿਊਡਲ ਦਾ ਪੁੱਤਰ ਹੈ। ਅਰਸ਼ਦ ਨਾ ਕਿਸੇ ਵੱਡੇ ਸਨਅਤਕਾਰ ਦਾ ਪੁੱਤਰ ਹੈ। ਅਰਸ਼ਦ ਨਾ ਵੱਡੇ ਕਿਸੇ TV ਸੈਂਟਰ ਵਾਲੇ ਦਾ ਪੁੱਤਰ ਹੈ। ਅਰਸ਼ਦ ਨਾ ਕਿਸੇ ਲੈਫਟੀਨੈਂਟ ਜਨਰਲ ਦਾ ਪੁੱਤਰ ਹੈ, ਤੇ ਅਰਸ਼ਦ ਨਾ ਕਿਸੇ ਵੱਡੇ ਬਿਊਰੋਕਰੇਟ ਦਾ ਪੁੱਤਰ ਹੈ। ਅਰਸ਼ਦ ਦੀ ਭੁੱਖ ਕੱਢੋ। ਅਰਸ਼ਦ ਨੂੰ ਖਾਲੀ ਜਿਹੜੇ ਨੇ ਉਹ ਪੈਗਾਮ ਨਾ ਭੇਜੋ ਵੀ ਜਿੱਤ ਗਿਆ ਤੇ ਨਾਂ ਰੌਸ਼ਨ ਕਰ ਦਿੱਤਾ। ਉਹ ਬਈ ਅਰਸ਼ਦ ਨੂੰ ਕੀ ਦਿੱਤਾ ਜੇ? ਕਮ ਅਜ਼ ਕਮ ਉਹਨਾਂ ਤੇ ਦੇ ਦਿਓ ਜਿੰਨਾ ਇੱਕ ਲੈਫਟੀਨੈਂਟ ਜਨਰਲ ਨੂੰ ਦਿੰਦੇ ਜੇ। ਕਮ ਅਜ਼ ਕਮ ISPR ਨੇ ਏਡੀਆਂ ਸੋਹਣੀਆਂ ਸਟੇਟਮੈਂਟਾਂ ਜਾਰੀਆਂ ਕੀਤੀਆਂ ਨੇ, ਤੇ ਕਿਉਂ ਨਹੀਂ ਸਟੇਟਮੈਂਟ ਜਾਰੀ ਕਰਦੇ ਵੀ ਜਿੰਨਾ ਲੈਫਟੀਨੈਂਟ ਜਨਰਲ ਸਾਹਿਬ ਦੀ ਰਿਟਾਇਰਮੈਂਟ ਦੇ ਉੱਤੇ ਉਹਨਾਂ ਨੂੰ ਕਮਰਸ਼ੀਅਲ ਪਲਾਜ਼ੇ ਤੇ ਦੂਜੇ ਘਰ ਤੇ ਸਾਰਾ ਜੋ ਵੀ ਸ਼ਾਵਾਂ ਲੱਭਦੀਆਂ ਨੇ ਉਹ ਲੱਭਣਗੀਆਂ। ਇੰਝ ਹੀ ਸੁਪਰੀਮ ਕੋਰਟ ਵਾਲੇ ਕਿਉਂ ਨਹੀਂ ਇਹ ਛਾਇਆ ਕਰਦੇ ਆਪਣੇ ਵੱਲੋਂ ਸਟੇਟਮੈਂਟ? ਸਦਰੇ ਪਾਕਿਸਤਾਨ ਨੇ ਕਿਉਂ ਨਹੀਂ ਆਂਦਾ? ਤੇ ਸ਼ਹਬਾਜ਼ ਸ਼ਰੀਫ ਨੂੰ ਆਂਦੇ ਆ ਮੌਤ ਪੈਂਦੀ ਹੈ। ਬਸ ਸੁੱਕਾ ਗਰੀਬ ਦੇ ਪੁੱਤਰ ਨੂੰ ਸੁੱਕੀਆਂ ਗੱਲਾਂ ਕਰਨਗੇ, ਤੇ ਹੋਰ ਮਹੀਨਾ ਅਰਸ਼ਦ ਦੀ ਵਾਵਾ ਹੋਏਗੀ, ਅਰਸ਼ਦ ਨਾਲ ਤਸਵੀਰਾਂ ਖਿੱਚੀਆਂ ਜਾਣਗੀਆਂ, ਕੋਈ 4 ਕੰਪਨੀਆਂ ਥੋੜ੍ਹੇ ਜਿਹੇ ਰੁਪਈਏ ਦੇ ਕੇ ਤੇ ਅਰਸ਼ਦ ਨੂੰ ਮਸ਼ਹੂਰੀਆਂ 'ਚ ਕਾਸਟ ਕਰ ਲੈਣਗੇ, ਤੇ ਮਸ਼ਹੂਰੀਆਂ ਮੀਨ ਇਸ਼ਤਿਹਾਰ, ਐਡ ਜਿਨ੍ਹਾਂ ਨੂੰ ਆਉਂਦੇ ਨੇ ਅੰਗਰੇਜ਼ੀ 'ਚ। ਉਸ ਤੋਂ ਬਾਅਦ ਅਰਸ਼ਦ ਹੋਏਗਾ ਤੇ ਭੁੱਖ ਹੋਏਗੀ। ਇਹ ਅਸੀਂ ਕੀ ਪਹਿਲਾਂ ਜਿਹੜੇ ਸਾਡੇ ਬੜੇ ਸਾਰੇ ਖਿਲਾੜੀ ਫਨਕਾਰ ਉਹਨਾਂ ਦੀ ਹਾਲਤ ਨਹੀਂ ਵੇਖ ਸਕੇ ਵੀ ਕੀ ਹੁੰਦਾ? ਅਰਸ਼ਦ ਦੀ ਇਹ ਜਿਹੜੀ ਖੇਡ ਹੈ ਇਹ ਜਵਾਨੀ ਦੀ ਖੇਡ ਹੈ। ਸਾਰੀ ਉਮਰ ਤੇ ਅਰਸ਼ਦ ਕੋਲੋਂ ਇਹ ਖੇਡੀ ਨਹੀਂ ਜਾਣੀ। ਅਰਸ਼ਦ ਕੋ ਅਫਰੀਦੀ ਤੇ ਨਹੀਂ ਵੀ ਬੁੱਢਾ ਹੋ ਕੇ ਵੀ ਖੇਡਦਾ ਰਹੇਗਾ ਸਾਰੀ ਉਮਰ ਕ੍ਰਿਕਟ ਜਿਹੜੀ ਹੈ। ਇਹ ਤੇ ਜਿਹੜੀ ਹੈ ਇਹ ਖੇਡ ਤੇ ਜਵਾਨੀ ਦੀ ਹੈ। ਇਹ ਖੇਡ ਅਰਸ਼ਦ ਹੋਰ ਅੱਲਾ ਉਹਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ, 2 ਸਾਲ 4 ਸਾਲ 5 ਸਾਲ ਹੋਰ ਖੇਡ ਲਏਗਾ। ਇਹ ਤੇ ਘੁਲ ਕੇ ਖੇਡਣੀ ਪੈਂਦੀ ਹੈ, ਬੜੇ ਜ਼ੋਰ ਦਾ ਕੰਮ ਹੈ। ਤੇ ਅਰਸ਼ਦ ਨੇ ਬਾਕੀ ਸਾਰੀ ਉਮਰ ਉਹੀ ਸ਼ੈ ਦਾ ਖਾਣਾ ਜਿਹੜਾ ਉਹਨੇ ਹੁਣ ਕਮਾ ਲੈਣਾ। ਇਸ ਲਈ ਜਿੰਨੇ ਬੰਦੇ ਸੁੱਕੀਆਂ ਮੁਬਾਰਕਾਂ ਦਿੰਦੇ ਨੇ ਉਹ ਸੁੱਕੀਆਂ ਮੁਬਾਰਕਾਂ ਘਰ ਹੀ ਰੱਖੋ, ਕਿਉਂਕਿ ਅਰਸ਼ਦ ਦਾ ਕਿਹੜਾ ਤੁਸੀਂ ਕੋਈ ਯੋਗਦਾਨ ਪਾਇਆ ਉਹਦੇ ਵਿੱਚ, ਉਹਦੇ ਜਿੱਤਣ ਦੇ ਵਿੱਚ? ਉਹ ਤੇ ਉਹ ਗਰੀਬ ਆਪੇ ਹੀ ਜਿੱਤਿਆ। ਤੇ ਫਿਰ ਤੁਸੀਂ ਸੁੱਕੀ ਫੁੱਕੀ ਜਿਹੜੀ ਹੈ ਨਾ ਉਹ ਮੁਬਾਰਕ ਵੀ ਨਾ ਦਿਓ। ਜੇ ਦੇਣੀ ਜੇ ਤੇ ਫਿਰ ਭਰਵੀਂ ਮੁਬਾਰਕ ਦਿਓ, ਤਾਂ ਕਿ ਅਰਸ਼ਦ ਨੂੰ ਪਤਾ ਲੱਗੇ ਤੇ ਉਹਦੀ ਮਾਂ ਦੀ ਵੀ ਗੁਰਬਤ ਨਿਕਲੇ ਤੇ ਪਿਓ ਦੀ ਵੀ ਗੁਰਬਤ ਨਿਕਲੇ, ਤੇ ਗਾਂ ਜਿਹੜੇ ਮੁੰਡੇ ਨੇ ਮਾੜੇ ਘਰਾਂ ਦੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਦੱਬ ਕੇ ਮੁਕਾਬਲਾ ਕਰੀਏ ਤੇ ਚਲੋ ਹੋਰ ਕੁਝ ਨਹੀਂ, ਨਾਮ ਹੀ ਬਣਦਾ ਹੈ, ਇੱਜ਼ਤ ਵੀ ਬਣਦੀ ਹੈ ਤੇ ਗੁਰਬਤ ਵੀ। ਹੁਣ ਤੁਸੀਂ ਮੈਨੂੰ ਪਤਾ ਸਾਰਿਆਂ ਨੇ ਆਖਣਾ ਵੀ ਗਿੱਲ ਸਾਹਿਬ ਕਮਲੇ ਹੋ ਗਏ ਨੇ, ਪਾਗਲ ਹੋ ਗਏ ਨੇ। ਇਹ ਕਿੱਡੀ ਵੱਡੀ ਗੱਲ ਹੈ ਜਿਹੜੀ ਅਰਸ਼ਦ ਨੇ ਕਰ ਦਿੱਤੀ ਹੈ। ਗਿੱਲ ਸਾਹਿਬ ਨਿੱਕੀਆਂ ਗੱਲਾਂ ਕਰਨ ਡਏ ਨੇ, ਰੁਪਈਏ ਦਿਓ, ਪੈਸੇ ਦਿਓ, ਪਲਾਟ ਦਿਓ। ਇਹ ਭਾਈ ਜੀ ਤੁਹਾਡੇ ਢਿੱਡ 'ਚ ਰੋਟੀਆਂ ਹੋਣੀਆਂ ਨੇ ਤਦ ਤੁਹਾਨੂੰ ਇਹ ਲੱਗਦਾ ਨਿੱਕੀਆਂ ਗੱਲਾਂ ਨੇ। ਇਹ ਜਿਹੜਾ ਮਾੜਾ ਬੰਦਾ ਹੈ ਨਾ ਉਹਨੇ ਹੈ ਜਿਹੜੇ ਵੀ ਉਹਨੂੰ ਤੁਸੀਂ ਮੈਡਲ ਸ਼ੈਡਲ ਦਿਓਗੇ, ਬੜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੜੀ ਇੱਜ਼ਤ ਦੀ ਗੱਲ ਹੈ। ਜਿਹੜਾ ਤੁਸੀਂ ਸਾਰੇ ਖੁਸ਼ ਹੋਣ ਡਏ, ਉਹ ਹੋਣਾ ਵੀ ਚਾਹੀਦਾ। ਮੈਂ ਤੁਹਾਨੂੰ ਦੱਸਿਆ ਵੀ ਪਾਕਿਸਤਾਨ ਦੀ ਪੂਰੀ ਤਾਰੀਖ 'ਚ ਪਹਿਲਾ ਮੈਡਲ ਲੱਭਾ, ਪਰ ਨਾਲ ਇਹ ਵੀ ਚੇਤੇ ਰੱਖੋ ਵੀ ਉਹ ਇੱਕ ਮਾੜਾ ਬੰਦਾ ਤੇ ਘੁਲ ਕੇ ਇੱਥੋਂ ਤੱਕ ਕੱਪੜਿਆ। ਇਹ ਸੌਖਾ ਨਹੀਂ ਜੇ ਗੁਰਬਤ ਨਾਲ ਲੜਨਾ। ਜਿਹੜਾ ਹੈ ਨਾ ਓਲੰਪਿਕਸ ਦੇ ਮੈਡਲ ਜਿੱਤਣ ਨਾਲੋਂ ਵੀ ਜਿਹੜਾ ਵੱਡਾ ਕੰਮ ਅਰਸ਼ਦ ਨੇ ਕੀਤਾ ਹੈ ਵੀ ਉਹ ਗੁਰਬਤ ਦੇ ਵਿੱਚ ਵੀ ਅਗਾਂਹ ਪਿਛਾਂਹ ਨਹੀਂ ਹੋਇਆ, ਕੋਈ ਨਸ਼ਿਆਂ ਤਮਾਸ਼ਿਆਂ ਦੇ ਨਹੀਂ ਲੱਗਾ, ਕੋਈ ਉਲਟੇ ਸਿੱਧੇ ਕੰਮ ਨਹੀਂ ਕੀਤੇ। ਬਹਰਹਾਲ ਇਸ ਸ਼ੇਰ ਪੁੱਤਰ ਨੂੰ ਸਾਡਾ ਸਲਾਮ ਹੈ, ਔਰ ਕੋਸ਼ਿਸ਼ ਪੂਰੀ ਕਰਾਂਗੇ ਕਿ ਅਰਸ਼ਦ ਨੂੰ ਜਿਹੜਾ ਉਹ KP ਦੀ ਹਕੂਮਤ ਨੂੰ ਆਖਾਂ ਵੀ ਹੋਰ ਅਗਰ ਕੋਈ ਵੀ ਕੁਝ ਨਾ ਕਰੇ ਤੇ ਅਰਸ਼ਦ ਨੂੰ ਕੋਈ ਪੱਕੀ ਨੌਕਰੀ ਦਿੱਤੀ ਜਾਵੇ KP ਹਕੂਮਤ 'ਚ। ਇਹ KP ਦੇ ਚੀਫ ਮਿਨਿਸਟਰ ਨੂੰ ਰਿਕੁਐਸਟ ਕਰਾਂਗਾ ਤਾਂ ਕਿ ਅਰਸ਼ਦ ਦਾ ਜਿਹੜਾ ਉਹ ਕੋਈ ਸਟੇਬਲ ਕੈਰੀਅਰ ਜਿਹੜਾ ਅੱਗੋਂ ਰਵੇ, ਜਿੰਨਾ ਚਿਰ ਸਪੋਰਟਸ ਖੇਡਦਾ। ਬੜੀ ਸੋਹਣੀ ਗੱਲ ਹੈ, ਉਸ ਤੋਂ ਬਾਅਦ ਵੀ ਉਹਦਾ ਕੋਈ ਕੰਮ ਜਿਹੜਾ ਉਹ ਚੱਲਦਾ ਰਵੇ। ਇਹ ਤਾਂ ਸੀ ਜੀ ਪਹਿਲੀ ਖਬਰ ਜਿਹੜੀ ਅਰਸ਼ਦ ਦੀ। ਹੁਣ ਦੂਜੇ ਪਾਸੇ
ਪੰਜਾਬੀ 'ਚ ਤੁਸੀਂ ਸੁਣਦੇ ਹੀ ਰਹਿੰਦੇ ਹੋ, ਕਹਾਵਤ ਮੈਂ ਤੁਹਾਨੂੰ ਦੱਸਦਾ ਰਹਿੰਦਾ, ਅਤੇ ਸਿਰ ਤੋਂ ਲੰਘ ਜਾਂਦੀ ਹੈ ਲੋਕਾਂ ਦੇ, ਸਮਝ ਨਹੀਂ ਆਉਂਦੀ। ਸੁਣਨ ਨੂੰ ਬੜੀ ਚੰਗੀ ਲੱਗਦੀ ਕਿਉਂਕਿ ਇਹ ਫਰੇਜ਼ ਬੜਾ ਸੋਹਣਾ ਹੈ, ਪਰ ਇਹਦੀ ਸਮਝ ਨਹੀਂ ਆਉਂਦੀ। ਸਮਝ ਕਿਸੇ ਕਿਸੇ ਵੇਲੇ ਆਉਂਦੀ ਜਦੋਂ ਉਹਦੀ ਡਿਪਿਕਸ਼ਨ ਵੇਖੀ ਦੀ ਹੈ। ਅਕਸਰ ਮੈਂ ਵੀ ਆਨਾ ਅਤੇ ਤੁਸੀਂ ਵੀ ਸੁਣਦੇ ਹੋ, ਮਾਵਾਂ ਸਾਂਝੀਆਂ ਹੁੰਦੀਆਂ ਨੇ, ਪਰ ਵੇਖਣ ਨੂੰ ਘੱਟ ਹੀ ਲੱਗਦਾ ਹੈ ਅਤੇ ਲੱਭਦਾ ਹੈ ਕਿ ਮਾਵਾਂ ਕਿੰਜ ਸਾਂਝੀਆਂ ਹੁੰਦੀਆਂ ਨੇ। ਅੱਜ ਨੀਰਜ ਚੋਪੜੇ ਦੀ ਮਾਂ ਨੇ ਇਹ ਪ੍ਰੂਵ ਕੀਤਾ ਵੀ ਮਾਵਾਂ ਸਾਂਝੀਆਂ ਹੁੰਦੀਆਂ ਨੇ। ਮਾਵਾਂ ਭਾਵੇਂ ਆਪਣੇ ਮੁਲਕ ਦੀਆਂ ਹੋਣ ਅਤੇ ਭਾਵੇਂ ਆਪਣੇ ਐਸੇ ਮੁਲਕ ਦੀਆਂ ਹੋਣ ਜਿਹਦੇ ਨਾਲ ਲੋਕੀ ਸਮਝਦੇ ਹੋਣ ਵੀ ਬੜੀ ਦੁਸ਼ਮਣੀ ਹੈ। ਮਾਂ ਜਿਹੜੀ ਉਹ ਦੁਸ਼ਮਣ ਦੀ ਵੀ ਮਾਂ ਆਪਣੀ ਮਾਂ ਹੁੰਦੀ। ਇਸੇ ਤੋਂ ਤੇ ਮੈਂ ਕਲਪਦਾ ਰਹਿਣਾ ਵੀ ਇਹ ਜੋ ਕੁਝ ਸਾਡੇ ਚੌਧਰੀ ਨਿਜ਼ਾਮਦੀਨ ਨੇ ਮਾਵਾਂ ਨਾਲ ਕਰ ਛੱਡਿਆ ਇਹ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਮਾਵਾਂ ਸਾਂਝੀਆਂ ਹੁੰਦੀਆਂ ਨੇ। ਜੋ ਹਾਜੀ ਇਮਤਿਆਜ਼ MNA ਦੀ ਮਾਂ ਦੇ ਨਾਲ ਹੋਇਆ ਉਹ ਕਿਸੇ ਮਾਂ ਦੇ ਨਾਲ ਨਹੀਂ ਕਰਨਾ ਚਾਹੀਦਾ। नहीं जान तो बहुत खुश है, हमने तो सिल्वर भी गोल्ड वर्गा लग रहा है। गोल्ड उसका आ गया वो बीमार है लड़का जी, मेहनत करके सब जा रहे। थोड़ा दिन खराब था, थोड़ा बहुत ज्यादा पागल हो गए। कोई बात नहीं जी, ये तो तीनों हुए हैं बच्चे के खिलाड़ी के। आप लोग खुश हो? कोई बात ना खुश है जमा, पूरे खुश है। पिछली बार आया था तो उसका फेवरेट खाना बनाया था। हाँ जी, फेवरेट खाना जरूर बनाएंगे, आओगे जी फेवरेट जरूर बनाएंगे। ਹੁਣ ਨੀਰਜ ਚੋਪੜਾ ਦੀ ਮਾਂ ਨੇ ਕੀ ਆਖਿਆ ਮੈਂ ਤੁਹਾਨੂੰ ਸੁਣਵਾਉਣਾ, ਤੇ ਉਸ ਤੋਂ ਬਾਅਦ ਤੁਹਾਡੀ ਛਾਤੀ ਵੀ 6 ਇੰਚ ਚੌੜੀ ਹੋ ਜਾਏਗੀ ਔਰ ਤੁਸੀਂ ਵੀ ਸੋਚੋਗੇ ਵੀ ਵਾਕਿਆ ਹੀ ਬਈ ਮਾਵਾਂ ਸਾਂਝੀਆਂ ਹੁੰਦੀਆਂ ਨੇ। ਨੀਰਜ ਚੋਪੜਾ ਜ਼ਾਹਿਰ ਹੈ ਗੋਲਡ ਮੈਡਲ ਨਾ ਜਿੱਤ ਸਕਿਆ। ਨੀਰਜ ਚੋਪੜੇ ਦੀ ਮਾਂ ਜਿਹੜੀ ਹਰਿਆਣੇ ਦੀ ਧੀ ਹੈ, ਉਹਨੂੰ ਪੁੱਛਿਆ ਹਿੰਦੁਸਤਾਨ 'ਚ ਕਿ ਇਸ ਵਾਰੀ ਤੁਹਾਡਾ ਪੁੱਤਰ ਘਰ ਆਏਗਾ ਤੇ ਉਹਦਾ ਕਿਵੇਂ ਇਸਤਕਬਾਲ ਕਰੋਗੇ? ਗੋਲਡ ਮੈਡਲ ਉਹਨੇ ਨਹੀਂ ਜਿੱਤਿਆ, ਪਿਛਲੀ ਵਾਰੀ ਤੇ ਪਹਿਲੇ ਨੰਬਰ ਤੇ ਆਇਆ ਸੀ। ਉਹਨਾਂ ਕਿਹਾ ਮੇਰਾ ਉਹ ਪੁੱਤਰ ਹੈ, ਉਹ ਕੋਈ ਗੱਲ ਨਹੀਂ, ਗੋਲਡ ਮੈਡਲ ਨਹੀਂ ਜਿੱਤਿਆ ਤੇ ਫਿਰ ਵੀ ਉਹਨੇ ਮੈਡਲ ਜਿੱਤਿਆ, ਉਂਝ ਹੀ ਉਹਦਾ ਇਸਤਕਬਾਲ ਕਰਾਂਗੀ, ਉਹਦੇ ਪਸੰਦ ਦਾ ਖਾਣਾ ਵੀ ਬਣਾਵਾਂਗੀ, ਉਹਦੇ ਨਾਲ ਪਿਆਰ ਵੀ ਕਰਾਂਗੀ, ਮੈਨੂੰ ਬੜਾ ਫਖਰ ਹੈ ਆਪਣੇ ਪੁੱਤਰ ਤੇ। ਫਿਰ ਰਿਪੋਰਟਰ ਨੇ ਸਵਾਲ ਕੀਤਾ ਵੀ ਇਹਨੇ ਨਹੀਂ ਜਿੱਤਿਆ ਇਸ ਵਾਰੀ ਮੈਡਲ ਤੇ ਅਰਸ਼ਦ ਨਦੀਮ ਨੇ ਜਿੱਤ ਲਿਆ ਪਾਕਿਸਤਾਨ ਦੇ। ਤੇ ਮਾਂ ਨੇ ਅੱਗੋਂ ਇਹ ਆਖਿਆ ਕਿ ਕੋਈ ਗੱਲ ਨਹੀਂ, ਉਹ ਵੀ ਸਾਡਾ ਹੀ ਪੁੱਤਰ ਹੈ, ਉਹ ਵੀ ਆਪਣਾ ਹੀ ਲੜਕਾ ਹੈ, ਉਹ ਵੀ ਆਪਣਾ ਹੀ ਮੁੰਡਾ ਹੈ। ਇਹ ਹੁੰਦੀ ਹੈ ਗੱਲ। ਮਾਂ ਨੇ ਜਿਹੜਾ ਹੈ ਉਹ ਅਰਸ਼ਦ ਦੇ ਸੀਨੇ 'ਚ ਤਾਂ ਠੰਡ ਪਾਈ ਹੋਏਗੀ, ਪਰ ਸੁਣਨ ਵਾਲੇ ਸਾਰੇ ਪੁੱਤਰਾਂ ਦੇ ਸੀਨੇ 'ਚ ਅਤੇ ਸਾਰੀਆਂ ਮਾਵਾਂ ਦੇ ਸੀਨੇ 'ਚ ਮਾਂ ਨੇ ਠੰਡ ਪਾਈ ਕਿ ਮਾਵਾਂ ਸਾਂਝੀਆਂ ਹੁੰਦੀਆਂ ਨੇ। ਇਸੇ ਲਈ ਮਾਂ ਦਾ ਜਿਹੜਾ ਰੁਤਬਾ ਹੈ ਰੱਬ ਨੇ ਉੱਥੇ ਰੱਖ ਦਿੱਤਾ ਹੈ ਜਿੱਥਾ ਕਿਸੇ ਹੋਰ ਰਿਸ਼ਤੇ ਦਾ ਨਹੀਂ ਹੈ। ਉਹਦੀ ਵਜ੍ਹਾ ਹੀ ਇਹ ਹੈ ਕਿ ਮਾਂ ਜਿਸ ਵੇਲੇ ਆਪਣੇ ਪੁੱਤਰ ਨੂੰ ਵੇਖਦੀ ਹੈ ਤਾਂ ਉਹਦੇ ਵਿੱਚੋਂ ਉਹਨੂੰ ਸਾਰੇ ਜਾਣ ਦੇ ਉਸ ਉਮਰ ਦੇ ਜਿਹੜੇ ਬੱਚੇ ਨੇ ਉਹ ਆਪਣੇ ਪੁੱਤਰ ਹੀ ਲੱਗਦੇ ਨੇ, ਅਤੇ ਉਹਨਾਂ ਲਈ ਉਹ ਚੰਗੀ ਸੀਸ ਹੀ ਦਿੰਦੀ ਹੈ ਦਿਲ 'ਚੋਂ। ਬਹਰਹਾਲ ਜਿਹੜਾ ਚੋਪੜਾ ਸਾਹਿਬ ਨੇ, ਉਹਨਾਂ ਦੀ ਮਾਂ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਨਾਲ ਮੇਰਾ ਤਾਂ ਖਿਆਲ ਹੈ ਉਹਨਾਂ ਪੂਰੇ ਪਾਕਿਸਤਾਨ ਦੇ ਪੁੱਤਰਾਂ ਦੇ ਦਿਲ ਹੀ ਅਤੇ ਮਾਵਾਂ ਦੇ ਦਿਲ ਹੀ ਜਿੱਤ ਲਏ ਨੇ। ਅਤੇ ਸਾਡੇ ਵੱਲੋਂ ਉਸ ਮਾਂ ਨੂੰ ਵੀ ਮੁਬਾਰਕ ਕਿ ਉਹਨਾਂ ਐਡਾ ਸੋਹਣਾ ਚੰਗਾ ਪੁੱਤਰ ਪੈਦਾ ਕੀਤਾ ਜਿਹੜਾ ਉੱਥੇ ਚੋਪੜਾ ਸਾਹਿਬ ਜਿਹੜੇ ਨੇ ਉਹ ਬੜਾ ਹੀ ਸੋਹਣੇ ਤਰੀਕੇ ਨਾਲ ਮੁਕਾਬਲਾ ਵੀ ਕਰਦੇ ਨੇ, ਅਤੇ ਅਰਸ਼ਦ ਦਾ ਅਤੇ ਉਹਨਾਂ ਦਾ ਬੜਾ ਪਿਆਰ ਵੀ ਹੈ ਅਤੇ ਰਿਸਪੈਕਟ ਦਾ। ਨੀਰਜ ਦਾ ਅਤੇ ਅਰਸ਼ਦ ਦਾ ਬੜਾ ਚੰਗਾ ਇੱਕ ਰਿਸ਼ਤਾ ਹੈ ਅਤੇ ਇੰਝ ਹੀ ਰਵੇ। ਇਸੇ ਤੋਂ ਅਸੀਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਸੱਜਣ ਅਤੇ ਮਿੱਤਰ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਆਖਦੇ ਹਾਂ, ਕਿਉਂਕਿ ਮਾਵਾਂ ਅਤੇ ਭੈਣਾਂ ਸਾਂਝੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਇਹ ਦੇਣੀ ਹੈ ਕਿ ਉਲਮਾ ਅਤੇ ਮਸ਼ਾਇਖ ਦੀ ਕਾਨਫਰੰਸ ਬੁਲਾਈ ਜਨਾਬ ਸਾਡੀ DGISPR ਵਾਲਿਆਂ ਨੇ। ਉੱਥੇ ਜਨਾਬ ਪਹਿਲੀ ਲਾਈਨ 'ਚ ਪਹਿਲਾਂ ਤਾਂ ਉਹਨਾਂ ਸ਼ੁਫ ਵਾਲਾ ਉਹ ਜਿਹੜੇ ਸ਼ੁਫ ਸਰਕਾਰ ਨੇ ਨਾ ਉਹਨਾਂ ਨੂੰ ਬਾਹਰ ਛੱਡਿਆ। ਉਹ ਤਾਂ ਚਲੋ ਉੱਥੇ ਸ਼ੁਫ ਉਹਨਾਂ ਕੀਤਾ ਹੋਏਗਾ। ਇੱਥੋਂ ਇਹ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਜਿਹੜੇ ਸ਼ੁਫ ਵਾਲੇ ਸਰਕਾਰ ਨੇ ਨਾ ਜੀ, ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ? ਪਤਾ ਲੱਗਾ ਇਹਨਾਂ ਦੇ ਪਿੱਛੇ ਵੀ ਚੌਧਰੀ ਦਾ ਹੱਥ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਬੰਦਾ ਕੋਈ ਵੀ ਬੰਦਾ ਕੰਨੀ ਭੰਨ ਹੋਵੇ ਨਾ, ਉਹਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਨਾਲ ਚੌਧਰੀ ਦਾ ਹੱਥ ਹੁੰਦਾ ਹੈ। ਬਹਰਹਾਲ ਗੱਲ ਇਸ ਤਰ੍ਹਾਂ ਹੈ ਕਿ ਜੀ ਉਹ ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵੀ ਤਕਰੀਰ ਕੀਤੀ, ਲੇਕਿਨ ਉਹਨਾਂ ਜਿਹੜੀ ਨਾ ਹੁਣ ਇੱਕ ਹੋਰ ਜੁਮਲਾ ਹੈ ਪੰਜਾਬੀ ਦਾ, ਇਹ ਵੀ ਜਦੋਂ ਤੱਕ ਤੁਸੀਂ ਕੋਈ ਸ਼ੈ ਵੇਖਦੇ ਨਹੀਂ ਤੁਹਾਨੂੰ ਸਮਝ ਨਹੀਂ ਆਉਂਦੀ। ਉਹਨੂੰ ਆਉਂਦੇ ਨੇ ਅੰਨੇ ਵਾਹ ਕਰਨਾ। ਹੁਣ ਅੰਨਾ ਹੋਣਾ ਤੇ ਅੱਖਾਂ ਤੋਂ ਅੰਨਾ ਹੋਣਾ ਹੁੰਦਾ, ਅਤੇ ਅੰਨੇ ਵਾਹ ਇਹਦਾ ਕੀ ਮਤਲਬ ਹੈ? ਇਹ ਹੁਣ ਅੰਨੇ ਵਾਹ ਜਿਹੜਾ ਜਨਾਬੇ ਵਾਲਾ ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਰਕੇ ਵਿਖਾਇਆ ਹੈ। ਇਹ ਮੈਂ ਸਮਝਾਵਾਂਗਾ ਤਾਂ ਤੁਹਾਨੂੰ ਸਮਝ ਨਹੀਂ ਆਉਣੀ ਵੀ ਅੰਨੇ ਵਾਹ ਕੀ ਹੁੰਦਾ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਰਕੇ ਵਿਖਾ ਦਿੱਤਾ। ਉਹਨਾਂ ਵੀ ਅੰਨੇ ਵਾਹ ਹੀ ਜਨਾਬ ਪਾਲਿਸ਼ ਮਾਰੀ ਹੈ। ਉਹਨਾਂ ਆਖਿਆ ਕਿ ਸਿਪਾ ਸਲਾਰ ਨਾ ਸਿਰਫ ਹਾਫਜ਼ੇ ਕੁਰਾਨ ਹੈ, ਬਲਕਿ ਕੁਰਾਨ ਦਾ ਨੂਰ ਉਹਨਾਂ ਦੇ ਦਿਮਾਗ ਔਰ ਦਿਲ ਦੇ ਵਿੱਚ ਰਚਿਆ ਬਸਿਆ ਹੈ। ਸਾਹਮਣੇ ਆਰਮੀ ਚੀਫ ਬੈਠੇ ਨੇ, ਤਕਰੀਰ ਕਰਕੇ ਹਟੇ ਨੇ। ਉਹਨਾਂ ਬੜੀ ਮਜ਼ਬੀ ਜੀ ਤਕਰੀਰ ਕੀਤੀ, ਜਿਹਦੇ 'ਚ ਸਾਰੀ ਆਰਮੀ ਚੀਫ ਸਾਹਿਬ ਜਿਹੜੀ ਗੱਲਬਾਤ ਕੀਤੀ ਨਾ, ਉਹੀ ਆਖੀ ਵੀ ਜਿੰਨੇ ਮੁਲਕ 'ਚ ਇੰਤਸ਼ਾਰ ਫੈਲਾਇਆ ਅਤੇ ਬਾਹਰ ਨਿਕਲਿਆ ਉਹਦੇ ਨਾਲ ਅਸੀਂ ਨਿਬੜ ਲਾਂਗੇ, ਰੱਬੇ ਕਾਬਾ ਦੀ ਕਸਮ ਉਹਦੇ ਸਾਹਮਣੇ ਅਸੀਂ ਖਲੋਵਾਂਗੇ। ਮਤਲਬ ਜੋ ਬੰਗਲਾਦੇਸ਼ 'ਚ ਹੋਇਆ ਉਹਦੇ ਡਰ ਤੋਂ ਅਸੀਂ ਹੁਣ ਲੋਕਾਂ ਨੂੰ ਸਿੱਧਾ ਪੱਧਰਾ ਕਰਨ ਡਏ ਹਾਂ ਵੀ ਜੇ ਤੁਸੀਂ ਬਾਹਰ ਆਏ ਤਾਂ ਫਿਰ ਤੁਹਾਡਾ ਕਰ ਲਾਂਗੇ ਇਲਾਜ। ਅਤੇ ਖੈਰ ਉਹ ਤਾਂ ਜਿਹੜੀ ਤਕਰੀਰ ਕਰਕੇ ਸਿਪਾ ਸਲਾਰ ਸਾਹਿਬ ਮੀਨ ਆਰਮੀ ਚੀਫ ਸਾਹਿਬ ਗਏ ਨੇ, ਉਸ ਤੋਂ ਬਾਅਦ ਇਹਨਾਂ तकरीर की कि सिपा सलार ना सिर्फ हाफिज़ कुरान है बल्कि कुरान का नूर उनके दिमाग और दिल में रचा बसा हुआ है।
उन्होंने कुरान की रोशनी में जो जामे गुफ्तगू फरमाई वो यकीनन हम सब के लिए मिशले राह है। वाह जी वाह वाह, शहबाज शरीफ साहब ਇਹਦੋਂਗਾ ਪਾਲਿਸ਼ ਵੱਜ ਨਹੀਂ ਸਕਦੀ। ਵੈਸੇ ਅਖੀਰ ਹੀ ਕਰ ਗਏ। ਮੈਂ ਕਿਹਾ ਲੀਹਾਂ ਹੀ ਭੰਨ ਕੇ ਰੱਖ ਦਿੱਤੀਆਂ ਨੇ ਸ਼ਹਬਾਜ਼ ਸ਼ਰੀਫ ਸਾਹਿਬ। ਬਹਰਹਾਲ ਸ਼ਹਬਾਜ਼ ਸ਼ਰੀਫ ਸਾਹਿਬ ਦੇ ਉੱਤੇ ਅਸੀਂ ਕੀ ਗੱਲ ਕਰਨੀ ਸੀ। ਇਹਨਾਂ ਦੇ ਜਿਹੜੇ ਕਰੀਬੀ ਜਰਨਲਿਸਟ ਨੇ ਉਹਨਾਂ ਆਖਿਆ ਵੀ ਇਸ ਤੋਂ ਵੱਧ ਪਾਲਿਸ਼ ਕੋਈ ਬੰਦਾ ਨਹੀਂ ਮਾਰ ਸਕਦਾ। ਇਸੇ ਦਿਨ ਵਾਸਤੇ ਉਹ ਜੁਮਲਾ ਬਣਿਆ ਸੀ ਵੀ ਅੰਨੇ ਵਾਹ ਹੀ ਪਾਲਿਸ਼ ਮਾਰ ਦਿਓ। ਅੱਛਾ ਖੈਰ, ਹੁਣ ਜਿਹੜੀ ਗੱਲ ਇਸ ਸਾਰੀ ਗੱਲ ਦੇ ਉੱਤੇ ਜਿਹੜੀ ਤੁਹਾਨੂੰ ਸੂਰਤ ਹਾਲ ਅਗਲੀ ਦੱਸਣੀ, ਜਿਹੜੀ ਆਰਮੀ ਚੀਫ ਸਾਹਿਬ ਦੋ ਗੱਲਾਂ ਕੀਤੀਆਂ ਆਪਣੀ ਤਕਰੀਰ 'ਚ। ਇੱਕ ਤੇ ਉਹਨਾਂ ਦਹਿਸ਼ਤਗਰਦੀ ਦੀ ਗੱਲ ਕੀਤੀ ਕਿ ਦਹਿਸ਼ਤਗਰਦਾਂ ਦੇ ਖਿਲਾਫ ਲੜਨਾ ਹੈ, ਖੁਆਰਜ ਨੇ, ਇਹ ਫਿਤਨਾ ਫੈਲਾਉਣ ਵਾਲੇ ਨੇ, ਇਹਨਾਂ ਦੇ ਖਿਲਾਫ ਅਸੀਂ ਲੜਾਂਗੇ, ਆਪਣੇ ਮੁਲਕ ਨੂੰ ਮਹਿਫੂਜ਼ ਰੱਖਾਂਗੇ। ਉੱਥੇ ਅਸੀਂ ਪੂਰੀ ਤਰ੍ਹਾਂ ਆਰਮੀ ਚੀਫ ਦੇ ਨਾਲ ਖਲੋਤੇ ਹਾਂ, ਪੂਰੀ ਤਰ੍ਹਾਂ ਅਸੀਂ ਆਰਮੀ ਚੀਫ ਸਾਹਿਬ ਦੇ ਜਿਹੜਾ ਡਿਪਾਰਟਮੈਂਟ ਹੈ ਉਹਦੇ ਨਾਲ ਖਲੋਤੇ ਹਾਂ, ਪੂਰਾ ਧੱਸ ਕੇ, ਬਗੈਰ ਤਨਕੀਦ, ਬਗੈਰ ਇਫ, ਬਗੈਰ ਬਟ। ਆਰਮੀ ਚੀਫ ਸਾਹਿਬ ਹੋਣ, ਉਹਨਾਂ ਦੀ ਫੌਜ ਦਾ ਅਦਾਰਾ ਹੋਵੇ, ਕੋਈ ਵੀ ਅਦਾਰਾ ਹੋਵੇ, ਦਹਿਸ਼ਤਗਰਦੀ ਦੇ ਖਿਲਾਫ, ਬਰੂਨੀ ਅਨਾਸਰ ਦੇ ਖਿਲਾਫ ਅਸੀਂ ਨਾਲ। ਦੂਜੀ ਸਟੇਟਮੈਂਟ ਉਹਨਾਂ ਦਿੱਤੀ ਕਿ ਜਿਹੜਾ ਪਾਕਿਸਤਾਨ ਦੇ ਆਇਨ 'ਤੇ ਯਕੀਨ ਨਹੀਂ ਰੱਖਦਾ ਅਸੀਂ ਉਹਦੇ ਨਾਲ ਨਹੀਂ ਤੇ ਉਹਦਾ ਮੁਕਾਬਲਾ ਕਰਾਂਗੇ। ਇਹ ਹੁਣ ਆਰਮੀ ਚੀਫ ਸਾਹਿਬ ਕੋ ਮੇਰੀਆਂ ਕੁਝ ਗੁਜ਼ਾਰਿਸ਼ਾਂ ਨੇ ਕਿ ਜਨਾਬੇ ਆਲੀ ਜਿਹੜੇ 90 ਦਿਨਾਂ ਜਿਹੜੇ ਬੰਦੇ ਨੇ ਇਲੈਕਸ਼ਨ ਨਹੀਂ ਹੋਣ ਦਿੱਤਾ ਉਹਦਾ ਜ਼ਰਾ ਪਤਾ ਕਰੋ ਉਹ ਕੌਣ ਹੈ ਅਤੇ ਕੀ ਉਹਦੇ ਨਾਲ ਹੈਗੇ ਹੋ ਕਿ ਨਹੀਂ। ਜਿਹੜੇ ਬੰਦੇ ਨੇ ਇਮਰਾਨ ਖਾਨ ਦੀ ਹਕੂਮਤ ਸੁੱਟੀ ਉਹਦਾ ਜ਼ਰਾ ਪਤਾ ਕਰੋ ਆਇਨ ਦੇ ਮੁਤਾਬਕ ਹੋਇਆ ਸੀ ਕੰਮ ਜਾਂ ਉਹਦੇ ਖਿਲਾਫ ਹੋਇਆ ਸੀ। ਜਨਾਬੇ ਆਲੀ ਇਹ ਜਿਹੜੇ ਬੰਦੇ ਅਗਵਾ ਕੀਤੇ ਜਾਂਦੇ ਨੇ, ਉਹਨਾਂ ਨੂੰ ਮਾਰਿਆ ਜਾਂਦਾ, ਨੰਗਾ ਕੀਤਾ ਜਾਂਦਾ, ਇਹ ਆਇਨ ਦੇ ਐਨ ਮੁਤਾਬਕ ਕੀਤਾ ਜਾਂਦਾ, ਨਹੀਂ ਤੇ ਬੰਦਾ ਲੱਭੋ ਵੀ ਕਿਹੜਾ। ਜਨਾਬੇ ਆਲੀ ਇਹ ਜਿਹੜਾ ਅਰਸ਼ਦ ਸ਼ਰੀਫ ਸ਼ਹੀਦ ਕੀਤਾ ਗਿਆ, ਜ਼ਿੱਲੇ ਸ਼ਾਹ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਜਿਹੜੀਆਂ ਪਾਕਿਸਤਾਨ ਦੀਆਂ ਔਰਤਾਂ ਬਗੈਰ ਕਿਸੇ ਸਬੂਤ, ਬਗੈਰ ਕਿਸੇ ਮੁਕੱਦਮੇ, ਬਗੈਰ ਕਿਸੇ ਕਾਨੂੰਨ ਦੇ ਸਾਲ ਜੇਲ੍ਹਾਂ ਕੱਟ ਆਈਆਂ, ਇਹ ਆਇਨ ਦੇ ਮੁਤਾਬਕ ਹੋਇਆ ਜਨਾਬੇ ਆਲੀ, ਇਹ ਵੀ ਜ਼ਰਾ ਪਤਾ ਕਰ ਲਿਓ। ਉਸ ਤੋਂ ਬਾਅਦ ਇਹ ਜੋ ਕੁਝ ਵੀ ਪਾਕਿਸਤਾਨੀਆਂ ਦੇ ਨਾਲ ਹੋਣ ਡਿਆ ਅਤੇ ਇਹ ਜਿਹੜੇ 17 ਸੀਟਾਂ ਵਾਲਿਆਂ ਨੂੰ ਲਿਆ ਕੇ ਹਕੂਮਤ 'ਤੇ ਪਾਇਆ, ਇਹ ਵੀ ਆਇਨ ਦੇ ਮੁਤਾਬਕ ਹੈ ਜਨਾਬੇ ਆਲੀ। ਇਹ ਵੀ ਜ਼ਰਾ ਕਿਤੇ ਪਤਾ ਕਰ ਲਿਓ ਕਿ ਜਨਾਬ ਇਹਨਾਂ ਦੀ ਸਾਰੀ ਕਰਪਸ਼ਨ ਮਾਫ ਕਰਕੇ ਅਤੇ ਇਹਨਾਂ ਨੂੰ ਸਾਡੇ ਸਿਰਾਂ 'ਤੇ ਪਾਇਆ, ਇਹ ਵੀ ਆਇਨ ਦੇ ਮੁਤਾਬਕ, ਅਤੇ ਕਿੰਨੇ ਪਾਇਆ। ਅਤੇ ਬਹਰਹਾਲ ਅਗਰ ਇਹ ਵੀ ਸਾਰਾ ਆਇਨ ਹੈ ਤਾਂ ਫਿਰ ਪਾਕਿਸਤਾਨ ਦੇ ਆਇਨ ਦਾ ਵੀ ਅੱਲਾ ਹੀ ਹਾਫਿਜ਼ ਹੈ। ਅਤੇ ਜੇ ਇਹ ਆਇਨ ਨਹੀਂ ਹੈਗਾ ਤਾਂ ਫਿਰ ਜਿਹਨੇ ਇਹ ਆਇਨ ਸ਼ਿਕਨੀ ਕੀਤੀ ਹੈ ਉਹਦੇ ਕੋਲੋਂ ਵੀ ਪੁੱਛ ਲਓ ਵੀ ਉਹਦਾ ਫਿਰ ਕੀ ਹਿਸਾਬ ਲੈਣਾ ਅਤੇ ਉਹਦਾ ਕੌਮ ਕੀ ਇਲਾਜ ਕਰੇ। ਬਹਰਹਾਲ ਹੁਣ ਤੁਹਾਡੇ ਸਾਹਮਣੇ ਕੋਈ ਇੱਕ ਦੋ ਚਿੱਠੀ ਪੱਤਰ ਕੁਇਕਲੀ ਰੱਖ ਦਈਏ ਕਿਉਂਕਿ ਵੀਲਾਗ ਜਿਹੜਾ ਉਹ ਲੰਮਾ ਹੋ ਜਾਣਾ, ਲੇਕਿਨ ਉਹਦੇ ਨਾਲ ਤੁਹਾਨੂੰ ਚੇਤੇ ਕਰਾਉਣਾ ਕਿ ਇਸ ਵੇਲੇ ਮੈਂ ਨਾਰਵੇ ਦੇ ਵਿੱਚ ਹਾਂ, ਓਸਲੋ ਦੇ ਵਿੱਚ, ਜਦੋਂ ਤੁਹਾਡੇ ਨਾਲ ਗੱਲ ਕਰਨ ਦੇ ਹਾਂ। ਅੱਜ ਇੱਥੇ ਅਸੀਂ ਇੱਕ ਪ੍ਰੋਟੈਸਟ ਕਰਨਾ, ਔਰ ਪ੍ਰੋਟੈਸਟ ਕਰਨਾ ਸ਼ਾਮੀ 6 ਵਜੇ ਓਸਲੋ ਨਾਰਵੇ ਦੇ ਵਿੱਚ ਪਾਰਲੀਮੈਂਟ ਦੀ ਬਿਲਡਿੰਗ ਦੇ ਸਾਹਮਣੇ। ਅੱਜ ਜੁਮੇ ਦਾ ਦਿਨ ਹੈ, 9 ਅਗਸਤ ਹੈ, ਇਸ ਵਾਸਤੇ ਤੁਸੀਂ ਉੱਥੇ ਤਸ਼ਰੀਫ ਲਿਆਉਣੀ ਹੈ ਸਾਰਿਆਂ ਨੇ, ਔਰ ਪੂਰੀ ਤਵਾਰਿਆਈ ਨਾਲ ਆਵਾਜ਼ ਚੁੱਕਣੀ ਹੈ। ਅਤੇ ਹੁਣ ਬਖੈਰ ਜਿਹੜੇ ਤੁਹਾਡੇ ਚਿੱਠੀ ਪੱਤਰ ਨੇ ਉਹ ਪੜ੍ਹਦੇ ਹਾਂ। ਇਹ ਨਾਜ਼ੀਆ ਅੰਜਮ, ਇਹਨਾਂ ਆਖਿਆ ਜੀ ਸ਼ਹਬਾਜ਼ ਗਿੱਲ ਸਾਹਿਬ 74 ਨਹੀਂ ਬਲਕਿ 84% ਆਵਾਮ ਆਪਣੇ ਅਖਰਾਜਾਤ ਪੂਰੇ ਨਹੀਂ ਕਰ ਪਾ ਰਹੇ। ਕੱਲ੍ਹ ਮੈਂ 74 ਆਖਿਆ ਸੀ ਇੱਕ ਸਰਵੇ ਤੋਂ। ਉਹਨਾਂ ਆਖਿਆ ਮੈਂ ਇੱਕ ਟੀਚਰ, ਮੇਰੀ ਤਨਖਾਹ 1 ਲੱਖ ਹੈ, ਅੱਜ ਅਗਸਤ ਦੀ 8 ਤਰੀਕ ਹੈ ਅਤੇ ਮੇਰੇ ਕੋਲ ਸਿਰਫ 5000 ਰੁਪਈਆ ਰਹਿ ਗਿਆ ਹੈ ਅਤੇ ਇਸ ਮਹਿੰਗਾਈ ਔਰ ਬਿਜਲੀ ਦੇ ਬਿੱਲਾਂ ਨੇ ਆਵਾਮ ਦੀ ਕਮਰ ਤੋੜ ਦਿੱਤੀ ਹੈ। ਅੱਲਾ ਸਾਡੇ ਮੁਲਕ ਦੇ ਉੱਤੇ ਰਹਿਮ ਫਰਮਾਏ ਅਤੇ ਸਾਡੀਆਂ ਦੁਆਵਾਂ ਕਬੂਲ ਕਰੇ ਅਤੇ ਇਮਰਾਨ ਖਾਨ ਨੂੰ ਛੇਤੀ ਤੋਂ ਛੇਤੀ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਾਏ। ਅੱਛਾ ਵੇਖੋ, ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ ਮੈਂ ਇਹ ਨਹੀਂ ਆਂਦਾ ਵੀ ਇਮਰਾਨ ਖਾਨ ਆਏਗਾ ਅਤੇ ਉਹ ਦੁੱਧ ਦੀਆਂ ਨਹਿਰਾਂ ਚਲਾ ਦੇਗਾ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨਾ ਉਸ ਬੰਦੇ ਦੇ ਦਿਲ ਦੇ ਵਿੱਚ ਗਰੀਬ ਦਾ ਦਰਦ ਹੈ, ਇਹ ਸਭ ਕੁਝ ਉਹ ਨਾ ਹੋਣ ਦਿੰਦਾ, ਐਡਾ ਜ਼ੁਲਮ ਨਾ ਹੋਣ ਦਿੰਦਾ। ਇਹ ਬਿਜਲੀ ਦੇ ਬਿੱਲ ਉਹ ਜੋ ਵੀ ਕਰਦਾ, ਉਹ ਕਿਸੇ ਕੋਲੋਂ ਭੈੜੀ ਸੁਣਦਾ, ਚੰਗੀ ਸੁਣਦਾ, ਜੋ ਵੀ ਕਰਦਾ, ਮੈਨੂੰ ਇਹ ਨਹੀਂ ਪਤਾ ਕੀ ਕਰਦਾ, ਪਰ ਇਹ ਜ਼ੁਲਮ ਉਹ ਨਾ ਹੋਣ ਦਿੰਦਾ। ਅਤੇ ਹੁਣ ਇਹ ਸੋਚੋ ਕਿ ਇਹ ਸਾਡੀ ਭੈਣ ਜਿਹਦੀ 1 ਲੱਖ ਤਨਖਾਹ ਹੈ ਉਹਦਾ ਇਹ ਹਾਲ ਹੈ, ਅਤੇ ਜਿਹੜਾ ਬੰਦਾ ਕੋਈ 35-40 ਹਜ਼ਾਰ ਕਮਾਉਣ ਡਿਆ ਉਹ ਕਿੱਥੋਂ ਜੀਂਦਾ ਹੋਏਗਾ। ਅੱਛਾ ਜੀ, ਇਜਾਜ਼ ਚੌਧਰੀ ਅੱਗੋਂ ਅਤੀਕ ਰਾਣਾ ਸਾਹਿਬ ਆਉਂਦੇ ਨੇ ਕਿ ਇਜਾਜ਼ ਔਰ ਇਮਤਿਆਜ਼ ਚੌਧਰੀ ਦੀ ਵਾਲਦਾ ਦੀ ਗੱਲ ਹੁੰਦਿਆਂ ਵੇਖ ਕੇ ਮੇਰੀਆਂ ਅੱਖੀਆਂ ਪਾਣੀ ਹੋ ਗਈਆਂ ਨੇ। ਗਿੱਲ ਸਾਹਿਬ, ਅਸੀਂ ਖਾਨ ਸਾਹਿਬ ਅਤੇ ਆਪਣੀ ਲੀਡਰਸ਼ਿਪ ਦਾ ਦਰਦ ਆਪਣੇ ਦਿਲ ਵਿੱਚੋਂ ਮਹਿਸੂਸ ਕਰ ਰਹੇ ਹਾਂ ਅਤੇ ਇਸ ਚੀਜ਼ ਦਾ ਬਦਲਾ ਅਸੀਂ ਜ਼ਰੂਰ ਲਵਾਂਗੇ ਇਨਸ਼ਾਅੱਲਾ। ਅੱਲਾਹ ਪਾਕ ਸਾਡੀ ਲੀਡਰਸ਼ਿਪ 'ਤੇ ਖਾਨ ਸਾਹਿਬ ਨੂੰ ਹਿੰਮਤ, ਤਾਕਤ, ਹੌਸਲਾ ਅਤੇ ਸਾਬਤ ਕਦਮੀ ਦੇਵੇ। ਕੋਈ ਸ਼ੱਕ ਨਹੀਂ ਜੀ, ਜਿਸ ਵੇਲੇ ਇਜਾਜ਼ ਚੌਧਰੀ ਅਤੇ ਇਮਤਿਆਜ਼ ਚੌਧਰੀ ਦੀ ਵਾਲਦਾ ਨੂੰ ਮੈਂ ਵੀ ਵੇਖਿਆ, ਮੈਂ ਤੁਹਾਨੂੰ ਆਖਿਆ ਨਾ ਵੀ ਮਾਵਾਂ ਸਾਂਝੀਆਂ ਹੁੰਦੀਆਂ ਨੇ, ਜਿਸ ਵੇਲੇ ਉਹਨਾਂ ਨੂੰ ਗੱਲ ਕਰਦਿਆਂ ਵੇਖਿਆ ਸੀ ਅਤੇ ਦਿਲ ਟੁੱਟ ਹੀ ਗਿਆ ਸੀ। ਸੱਚੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਇਮਤਿਆਜ਼ ਚੌਧਰੀ ਜਿਹੜਾ ਉਹ MNA ਇੱਕ ਉਸ ਹਲਕੇ ਦਾ ਮੀਨ ਆਵਾਮ ਦਾ ਨੁਮਾਇੰਦਾ ਹੈ, ਉਹਦੇ ਨਾਲ ਕੀ ਹਾਲਤ ਕੀਤੀ ਜਾ ਰਹੀ ਅਤੇ ਉਹਦੀ ਮਾਂ ਨਾਲ ਕੀ ਹਾਲਤ ਕੀਤੀ ਜਾ ਰਹੀ ਹੈ। ਬਾਕੀ ਚਲੋ ਅਗਲੀ ਜੀ ਖਾਲਿਦ ਸਾਹਿਬ ਆਉਂਦੇ ਨੇ, ਡਾਕਟਰ ਸ਼ਹਬਾਜ਼ ਗਿੱਲ ਸਾਹਿਬ ਆਪਕੇ ਪਾਸ ਬੜਾ ਕੀਮਤੀ ਵਕਤ ਹੈ, ਤੁਲਬਾ ਨੂੰ ਸਪੋਰਟ ਕਰੋ, KP ਅਤੇ ਪੰਜਾਬ ਦੇ ਤੁਲਬਾ ਦੀ ਜ਼ਰੂਰਤ ਜਿਹੜੀ ਉਹ ਪੂਰੀ ਕਰੋ ਉਹਨਾਂ ਨੂੰ, ਤਾਂ ਕਿ ਉਹ ਇhtਜਾਜ ਕਰ ਸਕਣ। ਗੁਜਰਾਂਵਾਲਾ ਤੋਂ ਖਾਲਿਦ ਮਿਰਜ਼ਾ ਸਾਹਿਬ ਆਉਂਦੇ ਨੇ। ਖਾਲਿਦ ਮਿਰਜ਼ਾ ਸਾਹਿਬ ਵੇਖੋ, ਜਿਹੜਾ ਉੱਥੇ ਹੋਇਆ ਨਾ ਬੰਗਲਾਦੇਸ਼ ਦੇ ਵਿੱਚ ਇhtਜਾਜ, ਉਹਦੀ ਕਿਸੇ ਉਹਨਾਂ ਦੀ ਮਦਦ ਨਹੀਂ ਕੀਤੀ।
ਮੈਂ ਇਹ ਨਹੀਂ ਆਂਦਾ ਮਦਦ ਨਹੀਂ ਕਰਨੀ ਚਾਹੀਦੀ, ਲੇਕਿਨ ਮੈਂ ਤੁਹਾਨੂੰ ਸਿਰਫ ਇਹੀ ਦੱਸਣ ਡਿਆ ਵੀ ਅਰਸ਼ਦ ਨਦੀਮ ਦੀ ਕਿਸੇ ਮਦਦ ਨਹੀਂ ਕੀਤੀ। ਜਿੱਥੇ ਟੈਲੈਂਟ ਹੁੰਦਾ ਨਾ, ਜਿੱਥੇ ਭੁੱਖ ਹੁੰਦੀ ਹੈ, ਜਿੱਥੇ ਜੁਸਤਜੂ ਹੁੰਦੀ ਹੈ, ਜਿੱਥੇ ਤੜਪ ਹੁੰਦੀ ਹੈ, ਉੱਥੇ ਉਹ ਸਾਰੇ ਕੰਮ ਹੋ ਹੀ ਜਾਂਦੇ ਨੇ। ਇਮਰਾਨ ਖਾਨ ਨਾਲ ਜਿਹੜੇ ਲੋਕ ਖਲੋਤੇ ਰਹੇ, ਤੁਹਾਨੂੰ ਕੀ ਲੱਗਦਾ ਵੀ ਇਮਰਾਨ ਖਾਨ ਉਹਨਾਂ ਨੂੰ ਕੋਈ ਖਾਸ ਫੋਨ ਕਰਕੇ ਆਖਿਆ ਸੀ ਵੀ ਮੇਰੇ ਨਾਲ ਖਲੋਤੇ ਰਹੋ? ਤੇ ਜਿਹੜੇ ਭੱਜ ਗਏ ਉਹਨਾਂ ਨੂੰ ਕੋਈ ਇਮਰਾਨ ਖਾਨ ਨੇ ਇਜਾਜ਼ਤ ਦਿੱਤੀ ਸੀ? ਕਈ ਆਂਦੇ ਨੇ, ਆ ਕੇ ਆਂਦੇ ਨੇ ਟੀਵੀ ਤੇ ਤੁਹਾਨੂੰ, ਹਾਂਜੀ ਮੈਨੂੰ ਇਮਰਾਨ ਖਾਨ ਨੇ ਆਖਿਆ ਸੀ ਵੀ ਬਿਆਨ ਦੇ ਦੇ, ਮੈਨੂੰ ਇਮਰਾਨ ਖਾਨ ਨੇ ਆਖਿਆ ਸੀ ਇੰਜ ਕਰ ਦੇ। ਕਿਸੇ ਨੂੰ ਇਮਰਾਨ ਖਾਨ ਨੇ ਇੰਜ ਨਹੀਂ ਆਖਿਆ। ਇਮਰਾਨ ਖਾਨ ਆਪ ਦਲੇਰ ਹੈ, ਦਲੇਰਾਂ ਨੂੰ ਪਸੰਦ ਕਰਦਾ। ਇਹ ਤੇ ਆਪਣੀ ਆਪਣੀ ਜੁਸਤਜੂ ਹੁੰਦੀ ਹੈ ਮੇਰਾ ਵੀਰ, ਇਹ ਤੇ ਆਪਣੀ ਆਪਣੀ ਤੁਸੀਂ ਇਹ ਆਖੋ ਕਿ ਆਪਣੀ ਆਪਣੀ ਇੰਟੈਗਰਿਟੀ ਹੁੰਦੀ ਹੈ, ਆਪਣਾ ਖਲੋਣ ਦਾ ਅੰਦਾਜ਼ ਹੁੰਦਾ ਹੈ। ਤੇ ਇਹ ਤੁਲਬਾ ਨੇ ਵੀ ਜੇ ਖਲੋਣਾ ਹੈ ਤੇ ਇਹਨਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਹੋਣੀ, ਇਹਨਾਂ ਸਾਰਿਆਂ ਖਲੋ ਪੈਣਾ। ਜਿੱਦਣ 50,000 ਤਾਲਿਬ ਇਲਮ ਘਰੋਂ ਪੁਰਅਮਨ ਤਰੀਕੇ ਨਾਲ ਪਾਕਿਸਤਾਨ 'ਚ ਨਿਕਲ ਆਏ, ਉਸ ਦਿਨ ਇਹ ਸਾਰਾ ਕੰਮ ਜਿਹੜਾ ਖਤਮ ਹੋ ਜਾਣਾ। ਇਹ ਹੁਣ ਤੁਲਬਾ ਨੇ ਔਰ ਪਾਕਿਸਤਾਨੀਆਂ ਨੇ ਫੈਸਲਾ ਕਰਨਾ ਵੀ ਕਿੱਦਣ ਘਰੋਂ ਨਿਕਲਣਾ। ਅੱਛਾ ਜੀ, ਡਾਕਟਰ ਸ਼ਹਬਾਜ਼ ਗਿੱਲ ਸਾਹਿਬ, ਇਹ ਤਾਰਿਕ ਚੌਧਰੀ ਸਾਹਿਬ ਆਂਦੇ ਨੇ ਕਿ ਤੁਹਾਡਾ ਪੰਜਾਬੀ ਵੀਲੌਗ ਸੁਣਿਆ, ਗੁਜ਼ਾਰਿਸ਼ ਹੈ ਕਿ ਪਾਕਿਸਤਾਨੀ ਆਵਾਮ ਬਾਹਰ ਨਿਕਲਣ ਤੋਂ ਇਲਾਵਾ ਕੋਈ ਚਾਰਾ ਨਹੀਂ। ਇਹ ਲੱਤਾਂ ਦੇ ਲਾਤੋਂਗੇ ਭੂਤ ਨੇ, ਇਹ ਗੱਲਾਂ ਦੇ ਨਾਲ ਕਾਬੂ ਨਹੀਂ ਆਣੇ। 2.5 ਸਾਲ ਧੋਖੇ ਫਰਾਡੀਆਂ ਨੇ ਗੁਜ਼ਾਰ ਲਏ ਨੇ, ਮੁਲਕ ਨੂੰ ਇਹਨਾਂ ਕੰਗਾਲ ਕਰ ਛੱਡਿਆ। ਹੁਣ ਤੇ ਮਹਿੰਗਾਈ ਜਿਹੜੀ ਹੈ ਉਹ ਗਰੀਬ ਜਿਹੜਾ ਉਹ ਆਪਣੀਆਂ ਜ਼ਿੰਦਗੀਆਂ ਖ਼ਤਮ ਕਰ ਰਿਹਾ। ਚਾਹੇ ਜਿਹੜਾ ਜ਼ਿੰਦਗੀ ਖ਼ਤਮ ਕਰਨ ਵਾਸਤੇ ਤੇ ਲਫ਼ਜ਼ ਹੁੰਦਾ, ਮੈਂ ਅਕਸਰ ਬੋਲਦਾ ਨਹੀਂ, ਉਹ ਬੋਲੋ ਤੇ ਉਹਦੇ ਤੇ ਫਿਰ YouTube ਜਿਹੜਾ ਪਾਬੰਦੀ ਲਾ ਦਿੰਦਾ। ਤੇ ਇਹ ਉਹਨਾਂ ਦੀ ਕੋਈ ਪਾਲਿਸੀ ਹੈ। ਤੇ ਹੁਣ ਗਰੀਬਾਂ ਦੀ ਜਾਨ ਜਿਹੜੀ ਹੈ ਉਹ ਇਹ ਛੱਡ ਦੇਣ, ਹਕੀਕੀ ਜਮਹੂਰੀਅਤ ਬਹਾਲ ਹੋਵੇ। ਬਿਲਕੁਲ ਜੀ, ਤੁਹਾਡੇ ਮੂੰਹ 'ਚ ਘਿਓ ਸ਼ੱਕਰ ਹੋਣਾ ਤੇ ਇੰਝ ਹੀ ਚਾਹੀਦਾ, ਔਰ ਇੰਝ ਹੀ ਹੋਵੇ ਤੇ ਗੱਲ ਬਣਨੀ ਹੈ। ਬਾਹਰਲੇ ਚੋਰ ਗਲ ਪਏ ਨੇ, ਵੇਖਦੇ ਹਾਂ ਵੀ ਰੱਬ ਕਿਦੋਂ ਸਾਡੀ ਕੌਮ ਨੂੰ ਹੌਸਲਾ ਦਿੰਦੀ ਹੈ ਕਿ ਬਾਹਰ ਨਿਕਲਦੀ ਹੈ ਤੇ ਇਹਨਾਂ ਚੋਰਾਂ ਕੋਲੋਂ ਸਾਡੀ ਜਾਨ ਛੁਡਾਉਂਦੀ ਹੈ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।